टाइम देख रहे सारे दर्शकों का स्वागत। मैं हाँ शमी डाबरा। दोस्तों ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੀਆਂ ਇੱਕ ਸੈਂਚੁਰੀ ਇੱਕ ਸ਼ਤਾਬਦੀ ਜਿਹੜੀ ਉਹ ਮਨਾਈ ਹੈ ਉਹਨਾਂ ਨੇ। ਉਸ ਵਿਸ਼ੇ ਤੇ ਗੱਲਬਾਤ ਕਰਨ ਲਈ ਜਿਹੜੇ ਮਾਹਿਰ ਸਟੂਡੀਓ ਦੇ ਵਿੱਚ ਸੱਦੇ ਨੇ, ਜੋ ਕਿ ਬਹੁਤ ਸਾਰੇ ਸਾਡੇ ਸਵਾਲ ਨੇ ਉਹਨਾਂ ਦੇ ਅਸੀਂ ਜਵਾਬ ਉਹਨਾਂ ਕੋਲੋਂ ਲਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਮਾਹਿਰਾਂ ਨਾਲ ਮੈਂ ਜ਼ਰੂਰ ਮਿਲਾ ਦੇਣਾ ਚਾਹੁੰਦਾ। ਮੇਰੇ ਨਾਲ ਬੈਠੇ ਨੇ ਹਰਸਿਮਰਨ ਸਿੰਘ ਜੀ। ਸਾਡੇ ਪਹਿਲੇ ਮਹਿਮਾਨ ਨੇ ਹਰਸਿਮਰਨ ਸਿੰਘ ਜੀ, ਜਿਨ੍ਹਾਂ ਨੂੰ ਸਿੱਖ ਪੰਥ ਦਾ ਗਲੀਲੀਓ ਕਿਹਾ ਜਾਵੇ ਤਾਂ ਦੋ ਰਾਏ ਨਹੀਂ ਹੋਏਗੀ। ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਸਿੱਖ ਪੰਥ ਦੇ ਉੱਤੇ ਲਿਖੀਆਂ ਨੇ, ਸਿੱਖ ਵਿਜ਼ਨ ਤੇ ਲਿਖੀਆਂ ਨੇ, ਤੇ ਅੱਜ ਆਪਣਾ ਵੱਖਰਾ ਮੁਕਾਮ ਸਿੱਖ ਪੰਥ ਦੇ ਵਿੱਚ ਰੱਖਦੇ ਨੇ। ਦੂਸਰੇ ਨੇ ਭਾਈ ਹਰਦੀਪ ਸਿੰਘ, ਜੋ ਕਿ ਸਿੱਖ ਸਿਆਸਤ ਬਾਰੇ, ਸਿੱਖ ਧਰਮ ਬਾਰੇ ਬਹੁਤ ਗਹਿਰੀ ਨੌਲੇਜ ਰੱਖਦੇ ਨੇ। ਇਹਨਾਂ ਕੋਲੋਂ ਵੀ ਪੁੱਛਾਂਗੇ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਬਹੁਤ ਨਜ਼ਦੀਕ ਹੋ ਕੇ ਇਹ ਚੱਲਦੇ ਨੇ, ਵਿਚਰਦੇ ਨੇ। ਤੇ ਤੀਸਰੇ ਸਾਡੇ ਮਾਹਿਰ ਨੇ, ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸਪੋਕਸਮੈਨ ਨੇ, ਕੌਮੀ ਸਪੋਕਸਮੈਨ ਨੇ, ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ। ਲਾਲਪੁਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਸਵਾਗਤ। ਬਿਲਕੁਲ ਗੱਲ ਕਰਾਂਗੇ ਹਰਸਿਮਰਨ ਸਿੰਘ ਜੀ, ਤੁਹਾਡੇ ਕੋਲੋਂ ਸ਼ੁਰੂਆਤ ਕਰਦਾ ਮੈਂ ਇਸ ਪ੍ਰੋਗਰਾਮ ਦੀ। ਵੀ ਐਸਜੀਪੀਸੀ ਦੇ 100 ਸਾਲ ਤੇ ਸਿਆਸਤ ਸਾਡਾ ਵਿਸ਼ਾ ਅੱਜ ਦਾ ਇਹ ਹੈਗਾ, ਤੇ ਅੱਜ ਜਿਹੜੀਆਂ ਮੌਜੂਦਾ ਚੁਣੌਤੀਆਂ ਨੇ ਉਸ ਦੇ ਵਿੱਚ ਮੈਂ ਇੱਕ ਗੱਲ ਕਰਨੀ ਚਾਹਾਂਗਾ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਤੋਂ ਕਿਹਾ ਜਾਂਦਾ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ, ਗੁਰਦੁਆਰਾ ਪ੍ਰਬੰਧਾਂ ਤੋਂ ਧਰਮ ਪ੍ਰਚਾਰ ਤੱਕ ਕਮੇਟੀ ਨੇ ਇਸ ਦੇ ਲਈ ਕੀ ਕੀਤਾ? ਦੇਖੋ, ਜਿਸ ਵੇਲੇ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਬੁਨਿਆਦ ਰੱਖੀ ਗਈ ਸੀ ਨਾ ਜੀ, ਹਰ ਸਮੇਂ ਦੀ ਆਪਣੀ ਚੁਣੌਤੀਆਂ ਹੁੰਦੀਆਂ ਨੇ ਜੀ, ਆਪਣੀਆਂ ਪ੍ਰਾਇੋਰਟੀਜ਼ ਹੁੰਦੀਆਂ ਨੇ ਜੀ। ਉਸ ਸਮੇਂ ਜੋ ਹਾਲਾਤ ਸੀਗੇ, ਉਸ ਸਮੇਂ ਇੱਕ ਤਾਂ ਸੀ ਕਿ ਮਹੰਤਾਂ ਕੋਲੋਂ ਜੋ ਗੁਰਦੁਆਰੇ ਆਜ਼ਾਦ ਕਰਵਾਏ ਗਏ ਸੀ, ਅਕਾਲ ਤਖਤ ਸਾਹਿਬ ਆਜ਼ਾਦ ਕਰਵਾਏ ਗਏ ਸੀ ਜੀ, ਉਹਨਾਂ ਦਾ ਪ੍ਰਬੰਧ ਸੰਭਾਲਣਾ ਗੁਰੂ ਮਰਿਆਦਾ ਅਨੁਸਾਰ, ਰਹੁ-ਰੀਤਾਂ ਅਨੁਸਾਰ ਜੀ। ਦੂਸਰਾ ਸੀਗਾ ਜੋ ਗੁਰਦੁਆਰੇ ਹੋਰ ਅਜੇ ਰਹਿੰਦੇ ਸੀ ਉਹਨਾਂ ਕੋਲੋਂ ਆਜ਼ਾਦ ਕਰਵਾਉਣ ਦੀ ਬੜੀ ਚੁਣੌਤੀ ਸੀ ਜੀ। ਜੋ ਸੰਗਤੀ ਪੱਧਰ ਤੇ 1920 ਦੇ ਵਿੱਚ ਕਮੇਟੀ ਬਣੀ, ਉਹਦੇ ਚ 175 ਮੈਂਬਰ ਸੀ, ਜਿਹਦੇ ਚ ਮਹਾਰਾਜਾ ਪਟਿਆਲਾ ਵੱਲੋਂ ਜੋ 36 ਮੈਂਬਰ ਬਣਾਏ ਗਏ ਸੀ ਉਹ ਵੀ ਸ਼ਾਮਲ ਕੀਤੇ ਗਏ ਸੀ। ਹੁਣ ਉਸ ਸਮੇਂ ਦੀਆਂ ਚੁਣੌਤੀਆਂ ਨੇ, ਇਹਦੇ ਚ 100 ਸਾਲ ਦਾ ਸਮਾਂ ਲੰਘ ਗਿਆ। ਬਿਲਕੁਲ 1925 ਦੇ ਵਿੱਚ ਜੋ ਕਾਨੂੰਨੀ ਮਾਨਤਾ ਮਿਲੀ ਇਸ ਕਮੇਟੀ ਨੂੰ, ਉਹ ਇੱਕ ਵੱਖਰਾ ਪੜਾਅ ਹੈ ਜੀ। ਕਿਉਂਕਿ 1925 ਦੇ ਵਿੱਚ ਗੁਰਦੁਆਰਾ ਐਕਟ ਲਾਗੂ ਹੋਇਆ, ਇਸ ਬਾਅਦ ਸਟੈਚੂਟ ਬੋਡੀ ਬਣ ਗਈ ਜੀ। ਸੋ ਮੈਂ ਸਮਝਦਾ ਕਿ 20 ਤੋਂ ਲੈ ਕੇ 25 ਤੱਕ ਦਾ ਇਤਿਹਾਸ ਜਿਹੜਾ ਹੈ ਉਹ ਕਾਫੀ ਵੱਡਾ ਨਿਵੇਕਲਾ ਇਤਿਹਾਸ ਹੈ, ਕੁਰਬਾਨੀਆਂ ਵਾਲਾ ਇਤਿਹਾਸ ਹੈ, ਸੰਘਰਸ਼ ਦਾ ਇਤਿਹਾਸ ਹੈ ਜੀ। ਉਸ ਤੋਂ ਬਾਅਦ ਜਿਹੜੇ ਇਸ ਦੇ ਆਗੂ ਆਏ, ਚਾਹੇ ਮਹਾਰਾਜ ਮਾਸਟਰ ਤਾਲਾ ਸਿੰਘ ਨੇ ਜਾਂ ਖੜਕ ਸਿੰਘ ਨੇ ਜਾਂ ਝੱਬਰ ਸਾਹਿਬ ਨੇ, ਉਹ ਸਾਰੇ ਜੋ ਵੀ ਜਥੇਦਾਰ ਅਕਾਲ ਤਖਤ ਸਾਹਿਬ, ਇਹਨਾਂ ਨੇ ਜੋ ਕੁਝ ਵੀ ਸ਼੍ਰੋਮਣੀ ਕਮੇਟੀ ਨੇ ਕੀਤਾ ਜੀ, ਉਹਦੇ ਵਿੱਚ ਇਸਨੇ ਬੜੀ ਬੜੀ ਪ੍ਰਾਪਤੀਆਂ ਦਾ ਇੱਕ ਵੱਡਾ ਇਤਿਹਾਸ ਸਿਰਜਿਆ ਜੀ। ਇਤਿਹਾਸ ਸਿਰਜਦਿਆਂ 100 ਸਾਲ ਬੀਤ ਗਏ। ਬਿਲਕੁਲ ਬੜੇ ਉਤਰਾਅ ਚੜ੍ਹਾਅ ਵੇਖੇ, ਰਾਜਨੀਤੀ ਵੇਖੀ, ਇਸ ਦੇਸ਼ ਦਾ ਆਜ਼ਾਦ ਹੋਇਆ। ਉਸ ਤੋਂ ਬਾਅਦ ਜੋ 1966 ਵਿੱਚ ਪੰਜਾਬੀ ਸੂਬਾ ਬਣਿਆ ਜੀ। ਦੂਸਰੀ ਗੱਲ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਸਾਹਿਬ ਨਾਲ ਬੜਾ ਗਹਿਰਾ ਸੰਬੰਧ ਹੈ ਜੀ। ਅਕਾਲੀ ਰਾਜਨੀਤੀ ਨਾਲ ਬੜਾ ਗਹਿਰਾ ਸੰਬੰਧ ਹੈ, ਕਿਉਂਕਿ ਇੱਕ ਤਰ੍ਹਾਂ ਦਾ ਭਾਵੇਂ ਅਕਾਲ ਤਖਤ ਸਾਹਿਬ ਦੀ ਪ੍ਰੇਰਨਾ 'ਚ ਬਣੀ ਹੈ ਜੀ, ਲੇਕਿਨ ਇਹ ਸਮੁੱਚੇ ਤੌਰ ਤੇ ਪੰਥ ਦੀ ਪ੍ਰੇਰਨਾ ਸਰੋਤ ਜਥੇਬੰਦੀ ਸੰਸਥਾ 'ਚ ਬਣੀ ਹੈ ਜੀ। ਸੋ ਅੱਜ ਜਦੋਂ ਮੈਂ ਸਮਝਦਾ ਕਿ 2020 100 ਸਾਲ ਹੋ ਗਏ ਨੇ, ਤਾਂ ਸਾਡੇ ਸਾਹਮਣੇ ਇਸ ਵੇਲੇ ਸਭ ਤੋਂ ਵੱਡੀ ਗੱਲ ਇਹ ਹੈ, ਜੋ ਚੁਣੌਤੀ ਦੀ ਗੱਲ ਤੁਸੀਂ ਕਰਦੇ ਹੋ, ਕਿ ਅੱਜ ਦੇ ਜੋ ਹਾਲਾਤ ਦੇ ਵਿੱਚ ਸਿੱਖ ਪੰਥ ਨੂੰ ਕਿਵੇਂ ਦਿਸ਼ਾ ਦੇਣੀ ਹੈ। ਅਕਾਲ ਤਖਤ ਸਾਹਿਬ ਨੇ ਇਸ ਦਾ ਜੋ ਨਵਾਂ ਪ੍ਰਪੇਖ ਸਿਰਜਣਾ ਚੁਣੌਤੀਆਂ ਦਾ, ਉਸ ਦੇ ਵਿੱਚ ਕਿਵੇਂ ਲੱਗਣਾ ਹੈ, ਇਹ ਮੈਂ ਸਮਝਦਾ ਬੜੀ ਵੱਡੀ ਗੱਲ। ਮੈਂ ਬਿਲਕੁਲ ਤੁਹਾਡੇ ਕੋਲ ਵੀ ਪੁੱਛਾਂਗਾ ਵੀ ਕੀ ਚੁਣੌਤੀਆਂ ਨੇ ਤੇ ਕੀ ਕਿਸ ਤਰ੍ਹਾਂ ਜਿਹੜਾ ਹੈ ਇਹ ਸਾਰਾ ਕੁਝ ਇਹਦਾ ਹੱਲ ਹੋ ਸਕਦਾ। ਲੇਕਿਨ ਗੱਲ ਕਰੀਏ ਵੀ ਜੇ ਅਸੀਂ ਅੱਜ ਦੀ ਤਰ੍ਹਾਂ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਹਰਦੀਪ ਸਿੰਘ ਜੀ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮੰਤਵ ਨੂੰ ਲੈ ਕੇ ਬਣਾਈ ਗਈ ਸੀਗੀ, ਜਿਸ ਮਸੰਦਾਂ ਨੂੰ ਛੁਡਾ ਕੇ ਇਹ ਕਮੇਟੀ ਦੀ ਹੋਂਦ ਆਈ ਸੀ, ਕਿ ਅੱਜ ਉਹ ਉਹਦੇ ਉੱਤੇ ਖਰੀ ਉਤਰ ਰਹੀ ਹੈ? ਨਹੀਂ, ਬਹੁਤ ਆਦ ਵਿੱਚ ਜੇ ਕੋਈ ਵੀ ਜਿਹੜੀ ਸੰਸਥਾ ਬਣਦੀ ਹੈ ਜੀ, ਉਹ ਜਦੋਂ ਬਣਦੀ ਆ ਉਹ ਬੜੇ ਜਜ਼ਬੇ ਨਾਲ ਤੇ ਬੜੇ ਹੀ ਇੱਕ ਲਗਨ ਦੇ ਨਾਲ ਬਣਦੀ ਹੈ ਜੀ। ਸਮੇਂ ਅਨੁਸਾਰ ਉਹਦੇ ਵਿੱਚ ਹਰ ਸੰਸਥਾ ਵਿੱਚ ਹੀ ਕੋਈ ਸਮੇਂ ਅਨੁਸਾਰ ਕੋਈ ਨਾ ਕੋਈ ਤਰੁੱਟੀਆਂ ਆ ਜਾਂਦੀਆਂ ਜੀ। ਲੇਕਿਨ ਜੇ ਅੱਜ ਦੇ ਜਿਹੜੇ ਵੇਖੀਏ ਤਾਂ ਮੈਂ ਅੱਜ ਇਹਦੇ ਬਾਰੇ ਪੁੱਛ ਰਿਹਾ ਸੀ ਜੀ, ਤਾਂ ਦੱਸਦੇ ਸੀ ਮੈਨੂੰ ਜੀ ਵੀ ਇਹਦੇ 'ਚ ਅਸੀਂ ਤਕਰੀਬਨ 111 ਵਿਦਿਅਕ ਸੰਸਥਾਵਾਂ ਚਲਾ ਰਹੀ ਹੈ। ਬਿਲਕੁਲ, ਜਿਹਦੇ 'ਚ 2 ਯੂਨੀਵਰਸਿਟੀਆਂ ਜੀ, 40 ਤੋਂ ਵੱਧ ਕਾਲਜ ਜੀ, 18 ਕਾਲਜੇਟ ਸਕੂਲ ਜੀ, 10 ਏਡਡ ਸਕੂਲ ਜੀ, ਜਿਹੜੇ 23 ਅਨਐਡਡ ਸਕੂਲ ਜੀ, 19 CBSE ਪਬਲਿਕ ਸਕੂਲ ਜੀ, ਧਰਮ ਪ੍ਰਚਾਰ ਦੇ ਜਿਹੜੇ ਰੱਖੇ ਬੰਦੇ ਜੀ, 13 ਇਹਨਾਂ ਦੇ ਸਿੱਖ ਮਿਸ਼ਨ ਬਣਾਏ। ਬਿਲਕੁਲ, ਇਸ ਕਰਕੇ
ਇਹ ਮਤਲਬ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਕਹਿੰਦੇ ਹੋ ਵੀ ਬਣਾਈ ਗਈ ਸੀ ਸਿਵਾਏ ਗੁਰਦੁਆਰਿਆਂ ਦੀ ਦੇਖ ਰੇਖ, ਸਰਾਵਾਂ ਦੀ ਸੇਵਾ ਸੰਭਾਲ ਜਾਂ ਇਹਨਾਂ ਦੇ ਲਈ, ਉਹ ਤੋਂ ਹਟ ਕੇ ਤੁਸੀਂ ਸਮਝਦੇ ਹੋ ਵੀ ਬਹੁਤ ਕੁਝ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਜਿਸ ਤਰ੍ਹਾਂ ਵਿਦਿਅਕ ਸੰਸਥਾਵਾਂ ਬਣਾਈਆਂ ਨੇ, ਹਸਪਤਾਲ ਬਣਾਏ ਨੇ, ਬਹੁਤ ਕੁਝ ਜਿਹੜਾ ਇਹਨਾਂ ਨੇ ਬਣਾਇਆ ਹੈ। ਤੁਹਾਡਾ ਮਤਲਬ ਕਹਿੰਦਾ ਹੈ ਵੀ ਅੱਜ ਦੀ ਤਾਰੀਖ ਦੇ ਵਿੱਚ ਉਸ ਦੇ ਨਾਲੋਂ ਕਾਫੀ ਬਦਲ ਗਿਆ। ਲੇਕਿਨ ਇੱਕ ਚੀਜ਼ ਜਿਹੜੀ ਗੱਲ ਕਰੀਏ ਤੁਹਾਡੇ ਨਾਲ ਲਾਲਪੁਰਾ ਸਾਹਿਬ, ਵੀ ਜਿਹੜੀ ਇੱਕ ਚੀਜ਼ ਸਾਹਮਣੇ ਆਈ ਹੈ ਬਈ ਉਹ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਬਣੀ ਸੀ, ਇਹਨਾਂ ਨੇ ਕਿਹਾ ਵੀ ਅੱਜ ਹੋਰ ਵੀ ਬਹੁਤ ਕੁਝ ਕਰ ਰਹੀ ਹੈ, ਲੇਕਿਨ ਅੱਜ ਜਿਹੜੀ ਉਹ ਲੋਕਾਂ ਦੇ ਮਨ ਦੇ ਵਿੱਚ, ਆਮ ਜਨਤਾ ਦੇ ਮਨ ਦੇ ਵਿੱਚ, ਆਮ ਸੰਗਤ ਦੇ ਮਨ ਦੇ ਵਿੱਚ ਇਹ ਆ ਗਈ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਬਣ ਕੇ ਰਹਿ ਗਈ, ਗੁਰਦੁਆਰਾ ਪ੍ਰਬੰਧ ਕਿਤੋਂ ਨਿਕਲ ਗਿਆ, ਸਿਰਫ ਤੇ ਸਿਰਫ ਉਸ ਜਿਹੜੀ ਹੈ ਸਿਆਸਤ ਦੇ ਉੱਤੇ ਜ਼ੋਰ ਦੇ ਰਹੀ ਹੈ। ਕੀ ਕਹਿਣਾ ਚਾਹੋਗੇ? ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਪੰਥ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਜਿਹੜੇ ਵਿਅਕਤੀ ਆ, ਮੈਂ ਉਹਨਾਂ ਦੀ ਗੱਲ ਕਰਦਾ। ਭਾਰਤੀ ਜਨਤਾ ਪਾਰਟੀ ਦੇ ਤੌਰ ਤੇ ਇਹ ਗੱਲ ਅਸੀਂ ਰਾਜਨੀਤੀ ਜਿਹੜੀ ਹੈ ਨਾ, ਧਰਮ 'ਚ ਨਹੀਂ ਦਖਲਅੰਦਾਜ਼ੀ ਕਰਦੇ। ਸਿੱਖ ਧਰਮ ਇੱਕ ਵੱਖਰਾ ਧਰਮ ਹੈ, ਉਹਦੇ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਮੈਨੇਜ ਕਰਨ ਦਾ ਪੂਰਨ ਅਧਿਕਾਰ ਵੀ ਕੀ ਹੋਣਾ ਚਾਹੀਦਾ ਸੀ ਕਿ ਇੱਦਾਂ ਹੀ ਹੋਣਾ ਚਾਹੀਦਾ ਸੀ, ਇਹ ਇੰਟਰਨਲ ਮਸਲਾ ਆ ਸਿੱਖ ਪੰਥ ਦਾ। ਇਹਦੇ ਨਾਲ ਅਸੀਂ ਵੀ ਵਿੱਚ ਸ਼ਾਮਲ ਹੈ ਤੇ SGPC ਦਾ। ਲੇਕਿਨ ਜੇ ਅਸੀਂ ਵੇਖਿਆ ਜਾਵੇ ਤਾਂ SGPC ਦੀ ਰਚਨਾ ਜਿਹੜੀ ਇਮੀਡੀਏਟ ਕਾਜ਼ ਸੀ ਨਾ, ਉਹ ਵੀਰ ਮਹਿਤਾਬ ਸਿੰਘ ਹੋਰਾਂ ਦਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੜਾਹ ਪ੍ਰਸ਼ਾਦ ਭੇਟ ਕਰਨ ਤੋਂ ਨਾ ਕਰਨਾ ਸੀ, ਜਿਸ ਕਰਕੇ ਉਹਨਾਂ ਨੇ ਇਹ ਲੈ ਕੇ ਗਏ। ਉਹ ਗੱਲ ਉੱਥੋਂ ਚੱਲੀ ਕਿ ਅਸੀਂ ਅੱਜ ਵੀ ਖਾਲਸਾ ਪੰਥ ਦੇ ਵਿੱਚ ਜਾਤ ਪਾਤ ਦੇ ਵਿਰੁੱਧ ਕੁਝ ਕਰ ਸਕੇ ਹਾਂ ਕਿ ਅਸੀਂ ਵਾਪਸ ਜਾਤ ਪਾਤ ਵਾਲੇ ਪਾਸੇ ਪੁੱਛ ਗਏ। ਜਿਸ ਮੁੱਦੇ ਤੋਂ ਇਹ ਗੱਲ ਸ਼ੁਰੂ ਹੋਈ ਸੀ, ਉਹ ਤਾਂ ਇੱਕ ਤਾਂ ਇਹ ਮੁੱਦਾ। ਦੂਜੀ ਗੱਲ ਹੈ, ਇਹ ਕਰਮਕਾਂਡ ਰਹਿਤ ਧਰਮ ਹੈ, ਇੱਥੇ ਕੋਈ ਕਰਮਕਾਂਡ ਨਹੀਂ ਹੈਗਾ। ਕੀ ਅਸੀਂ ਉਸ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕੀ ਨਿਰਮਲ ਪੰਥ ਦੀ ਜਿਹੜੀ ਦਿੱਖ ਹੈ ਉਹ ਸਾਡੀ ਬਣ ਸਕੀ ਹੈ? ਤੀਜੀ ਗੱਲ ਹੈ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ SGPC ਜਿਹੜੀ ਹੈ ਨਾ, ਇਹ ਇੱਕ ਵੱਡੀ ਬਾਡੀ ਬਣੀ ਸੀ ਤੇ ਬਾਕੀ ਗੁਰਦੁਆਰਾ ਪ੍ਰਬੰਧ ਲੋਕਲ ਕਮੇਟੀਆਂ ਨੂੰ ਦਿੱਤਾ ਗਿਆ ਸੀ। ਇਤਿਹਾਸ ਇਸ ਵੀ ਸੱਚ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੇ ਮੈਨੇਜਮੈਂਟ ਕਮੇਟੀ ਡਿਫਰੈਂਟ ਸੀ, SGPC ਲੋਕਲ ਕਮੇਟੀ ਦੇ ਵਿੱਚੋਂ ਦਸਵੰਧ ਲੈਂਦੀ ਸੀ। ਇਹ ਗੱਲ ਜਿਹੜੀ ਹੈ ਫਿਰ 7 ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ, ਉਹ ਗਿਆਨੀ ਕਰਤਾਰ ਸਿੰਘ ਹੋਰਾਂ ਨੇ ਬ੍ਰਿਟਿਸ਼ ਰਾਜ ਦੇ ਵਿੱਚ 1944 ਦੇ ਨੇੜੇ ਤੇੜੇ SGPC ਨੂੰ ਲੈ ਕੇ ਦਿੱਤਾ ਸੀ। ਇੱਕ ਵਾਰੀ ਉਹ ਵੀ ਸਮਾਂ ਆਇਆ ਜਦੋਂ ਤਾਰ ਲੱਗ ਗਈ SGPC ਦਫ਼ਤਰ ਦੇ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ। ਇਸ ਤਰ੍ਹਾਂ ਦਾ ਵੀ ਸੀ ਕਿ ਉਹ ਇੱਕ ਦੂਜੇ 'ਚ ਇੰਟਰਫੀਅਰ ਨਾ ਕਰਨ। ਲੇਕਿਨ ਅੰਗਰੇਜ਼ ਨੇ ਇਸ ਧਰਮ ਨੂੰ ਜਿਹੜਾ ਨਾ, ਜਿਵੇਂ ਇਸ ਤਰ੍ਹਾਂ ਸੌਖਾ ਨਹੀਂ ਦਿੱਤਾ। ਜਿਵੇਂ ਸਰ ਹਰਸਿਮਰਤ ਸਿੰਘ ਦੱਸ ਰਹੇ ਸੀਗੇ ਕਿ 20 ਤੋਂ 25 ਤੱਕ ਬੜਾ ਐਸਾ ਸਮਾਂ ਸੀ ਜਿੱਥੇ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ। ਲੇਕਿਨ ਜਦੋਂ SGPC 1920 ਦੇ ਵਿੱਚ ਬਣਤਰ ਬਣਾਉਣ ਦੀ ਗੱਲ ਕੀਤੀ ਤਾਂ ਵੀ ਅੰਗਰੇਜ਼ ਨੇ ਆਪਣੇ ਲੋਕ ਹੀ ਸੁੰਦਰ ਸਿੰਘ ਮਜੀਠੀਏ ਨੂੰ ਪ੍ਰਧਾਨ ਬਣਾ ਦਿੱਤਾ ਸੀ, ਫਿਰ ਸੁੰਦਰ ਸਿੰਘ ਰਾਮਗੜੀਏ ਨੂੰ ਬਣਾ ਦਿੱਤਾ, ਫਿਰ ਸਰਦਾਰ ਮੰਗਲ ਸਿੰਘ ਨੂੰ ਬਣਾ ਦਿੱਤਾ। ਉਹਨਾਂ ਨੇ 26 ਤੱਕ ਕਬਜ਼ਾ ਨਹੀਂ ਦਿੱਤਾ ਇਹਦੇ ਤੇ ਆਪਣੇ ਢੰਗ ਨਾਲ। ਸੋ ਉਹ ਜਿਹੜੀਆਂ ਚੀਜ਼ਾਂ ਲਈ ਇਹ ਬਣੀ ਸੀ, ਉਸ ਚੀਜ਼ਾਂ ਦੇ ਅਸੀਂ ਕਿੱਥੇ ਤੱਕ ਪ੍ਰਾਪਤੀ ਕੀਤੀ ਹੈ? ਕਿਤੇ ਇਹ ਤਾਂ ਨਹੀਂ ਹੋਇਆ ਕਿ ਲੋਕਲ ਕਮੇਟੀਆਂ ਬੰਦ ਕਰਕੇ ਤੇ ਗੁਰਦੁਆਰੇ ਸਾਰੇ ਹੀ SGPC ਦੇ ਅੰਡਰ ਹੁੰਦੇ ਜਾ ਰਹੇ ਆ। ਨਹੀਂ, ਤੁਸੀਂ ਕਿਹਾ ਇਹ ਚੀਜ਼ਾਂ ਵਿਚਾਰਨ ਵਾਲੀਆਂ ਨੇ, ਇਹ ਪੰਥ ਦੀਆਂ ਵਿਚਾਰਾਂ। ਤੁਸੀਂ ਸਿਆਸੀ ਬੰਦੇ ਹੋ, ਮੈਂ ਸਿਆਸਤ ਦੀ ਗੱਲ ਕਰਾਂਗਾ ਇੱਕ ਮਿੰਟ ਤੁਹਾਡੇ ਨਾਲ ਲਾਲਪੁਰਾ ਜੀ। ਤੁਸੀਂ ਕਿਹਾ ਵੀ ਇਹ ਅੰਦਰ ਦੀ ਗੱਲ ਹੈ, ਅੰਦਰੂਨੀ ਗੱਲ ਹੈ ਇਹਨਾਂ ਦੀ, ਲੇਕਿਨ ਕਿਹਾ ਜਾਂਦਾ ਹੈ ਕਿ ਵਿਸ਼ਵ ਦੀ ਪਹਿਲੀ ਧਾਰਮਿਕ ਸੰਸਥਾ ਹੈ ਜਿਹਦੇ ਪੈਰੋਕਾਰ ਹੀ ਵੋਟਾਂ ਪਾ ਕੇ ਇਸ ਦੀ ਚੋਣ ਕਰਦੇ ਨੇ। ਤਾਂ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਬਕਾਇਦਾ ਚੋਣਾਂ ਦੇ ਦੁਆਰਾ ਬਣਾਈ ਜਾਂਦੀ ਹੈ, ਲੇਕਿਨ ਜਦੋਂ ਉਸ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਇੱਕ ਪਰਚੀ ਦੁਆਰਾ ਚੁਣ ਲਿਆ ਜਾਂਦਾ ਹੈ। ਇਹ ਕਿਤੇ ਨਾ ਕਿਤੇ ਇਹ ਸਾਰੇ ਸਿੱਖ ਪੰਥ ਦੇ ਲਈ ਹੈ, ਇਹ ਇਕੱਲੇ ਉਹਨਾਂ ਲਈ ਤਾਂ ਨਹੀਂ ਹੈਗਾ ਵੀ ਕਿ ਜਿਹੜੇ ਸਿੱਖ ਸਾਰੇ ਸਿਆਸੀ ਪਾਰਟੀਆਂ ਲਈ ਸਾਰੇ ਉਹਦੇ ਲਈ ਵੀ ਇੱਕ ਸਿਆਸੀ ਪਾਰਟੀ ਦਾ ਇੱਕ ਲੀਡਰ ਜਿਹੜਾ ਹੈਗਾ ਉਹ ਇੱਕ ਪਰਚੀ ਭੇਜਦਾ, ਉਸ ਪਰਚੀ ਦੇ ਨਾਲ ਪ੍ਰਧਾਨ ਦਾ ਨਾਮ ਆਉਂਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਫਿਰ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਿਸ ਦਾ ਕਬਜ਼ਾ ਰਹੇਗਾ? ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰਹੇਗਾ ਜਾਂ ਉਹ ਸਿਆਸੀ ਪਾਰਟੀ ਦੇ ਪ੍ਰਧਾਨ ਦਾ ਰਹੇਗਾ?
ਗੱਲ ਇਹ ਹੈ ਜੀ, ਇਹ ਸਿੱਖ ਪੰਥ ਦੀ ਆਪਣੀ ਵਿਚਾਰਨ ਵਾਲੀ ਗੱਲ ਹੈ ਜੀ। ਜਦੋਂ ਅਸੀਂ ਅੱਜ ਸੀ ਇੱਕ ਹਾਊਸ ਜਿਹਦਾ ਕहीं ਕੋਈ ਪਾਰਲੀਮੈਂਟ ਨਹੀਂ ਬਣੀ, ਅਸੀਂ ਕਹਿੰਦੇ ਕਿ ਪਾਰਲੀਮੈਂਟ ਹਾਊਸ ਹੈ, ਤੇ ਅਸੀਂ ਸਾਲ ਦੇ ਵਿੱਚ 2 ਇੱਥੇ ਸਮਾਗਮ ਹੁੰਦੇ ਆ। ਇੱਕ 31 ਮਾਰਚ ਤੋਂ ਪਹਿਲਾਂ ਉਹ ਹੋਣਾ ਬਜਟ ਪਾਸ ਕਰਨ ਵਾਸਤੇ, ਜਿਹੜਾ 2 ਥੋੜੇ ਘੰਟਿਆਂ ਦਾ ਹੁੰਦਾ ਹੈ, ਤੇ ਜਕਾਰੇ ਛੱਡ ਕੇ ਮਤੇ ਪਾਸ ਹੋ ਜਾਂਦੇ ਆ ਜੀ, ਤੇ ਬਜਟ ਪਾਸ ਹੋ ਜਾਂਦਾ। ਇੱਕ ਹੁੰਦਾ ਹੈ ਹੁਣ ਅਕਤੂਬਰ ਨਵੰਬਰ ਚ, ਜਿਹੜਾ 27 ਨਵੰਬਰ ਨੂੰ ਹੋਣ ਜਾ ਰਿਹਾ, ਜਦੋਂ ਪ੍ਰਧਾਨ ਦੀ ਚੋਣ ਹੋਣੀ ਹੈ। ਸਿੱਖ ਸਮੱਸਿਆਵਾਂ ਨੂੰ ਜਿਵੇਂ ਪੇਸ਼ ਕਰੀਦਾ ਹਾਊਸਿਸ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਉਹਦਾ ਬਦਕਿਸਮਤੀ ਹੈ ਵਿਧਾਨ ਸਭਾ ਵੀ ਥੋੜੇ ਦਿਨ ਦਾ ਸੈਸ਼ਨ ਹੁੰਦੇ ਆ, ਇੱਕ ਰਸਮ ਰਹਿ ਗਈ ਹੈ। ਲੇਕਿਨ SGPCs ਦਾ ਬਿਲਕੁਲ ਹੀ ਮਤੇ ਪੇਸ਼ ਕਰਨਾ, ਡਿਬੇਟ ਹੋਣਾ, ਇਹ ਬਿਲਕੁਲ ਹੀ ਨਹੀਂ, ਹਲੇ ਤੇ ਨਹੀਂ ਹੋਇਆ। 100 ਸਾਲ ਦੇ ਵਿੱਚ ਇਹ ਗੱਲ ਚੱਲੀ ਨਹੀਂ, ਜਦੋਂ ਤੱਕ ਅਸੀਂ ਇਸ ਤਰ੍ਹਾਂ ਦੀ ਇੱਕ ਇਹਨੂੰ ਰੀਅਲ ਪਾਰਲੀਮੈਂਟ ਨਹੀਂ ਬਣਾਵਾਂਗੇ, ਜਿੱਥੇ ਡਿਬੇਟ ਹੋਏਗੀ ਜਿਹੜੀ ਮੈਜੋਰਿਟੀ ਨਾਲ ਜਾਂ ਦੂਜੀ ਹੋਏਗਾ, ਉਦੋਂ ਤੱਕ ਸ਼ਾਇਦ ਅਸੀਂ ਕੋਈ ਬਹੁਤ ਸਾਰਥਿਕ ਜਿਹੜੇ ਨਤੀਜੇ ਨਹੀਂ ਪ੍ਰਾਪਤ ਕਰ ਸਕਾਂਗੇ। ਹਰਜਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ? ਕਿਉਂਕਿ ਕਾਫੀ ਜਦੋਂ ਸਿਆਸਤ ਇੱਕ ਦੀ ਗੱਲ ਆਉਂਦੀ ਹੈ ਤਾਂ ਸਿਆਸਤ ਕਿਤੇ ਨਾ ਕਿਤੇ ਲੱਗਦਾ ਵੀ ਇਹਦੇ ਤੇ ਹਾਵੀ ਹੋ ਚੁੱਕੀ ਹੈ ਇਸ ਵਕਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ ਜੀ ਕਿ ਜਿਹੜਾ ਸਾਡਾ ਸਮੁੱਚਾ ਸਿਸਟਮ ਸਿੱਖ ਪੰਥ ਦਾ ਬਣ ਗਿਆ ਨਾ ਜੀ, ਉਹਦੇ 'ਚ ਜਿਹੜੀ ਜੋ ਇਤਿਹਾਸ ਦੱਸਦਾ ਹੈ ਕਿ ਅਕਾਲੀ ਦਲ ਦੀ ਬੁਨਿਆਦ 12 ਦਸੰਬਰ 1920 ਨੂੰ ਰੱਖੀ ਗਈ ਸੀ ਜੀ, ਔਰ ਉਹ ਵੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਯਤਨਾਂ ਨਾਲ ਰੱਖੀ ਗਈ ਸੀ। ਬਿਲਕੁਲ। ਪਰ ਮੈਂ ਮਹਿਸੂਸ ਕਰਦਾ ਕਿ ਇੱਕ ਥਿਨ ਲਾਈਨ ਹੁੰਦੀ ਨਾ, ਵੀ ਇਹ ਧਾਰਮਿਕ ਕੰਮ ਨੇ, ਰਾਜਨੀਤਿਕ ਕੰਮ ਨੇ, ਉਹ ਨਹੀਂ ਫਿਕਸ ਕੀਤੀ ਗਈ ਜੀ। ਠੀਕ ਹੈ ਜੀ, ਗੱਲ ਤੇ ਇਹ ਹੈ। ਦੂਸਰਾ, ਜਦੋਂ ਅਸੀਂ ਦੇਖਦੇ ਹਾਂ ਕਿ ਇਹਦਾ ਰਾਜਨੀਤੀਕਰਨ ਹੋ ਜਾਂਦਾ ਨਾ ਜੀ, ਕਿ ਇੱਕ ਭਾਵੇਂ ਪ੍ਰਬੰਧਕ ਕਮੇਟੀ ਹੈ, ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਆਫਟਰ ਸਮ ਟਾਈਮ ਇੱਕ ਸਮੁੱਚੇ ਪੰਥ ਦੀ ਰਿਪਰੈਜ਼ੈਂਟੇਟਿਵ ਬੋਡੀ ਬਣਦੀ ਹੈ ਜੀ। ਹੁਣ 47 ਤੋਂ ਬਾਅਦ ਜਦੋਂ ਸਾਡੇ ਕੋਲ ਕੋਈ ਇਸ ਤਰੀਕੇ ਦੇ ਹਾਲਾਤ ਨਹੀਂ ਬਣੇ, ਜਾਂ 66 ਦੇ ਵਿੱਚ ਪੰਜਾਬ ਅਸੈਂਬਲੀ ਬਣੀ ਹੈ, ਉਸ ਦੇ ਵਿੱਚ ਸਿੱਖਾਂ ਦੀ ਜਿਹੜੀ ਇੰਸਪੀਰੇਸ਼ਨ ਜੋ ਅਕਾਲੀ ਰਾਜਨੀਤੀ ਰਹਿੰਦੀਆਂ ਨੇ ਜੀ, ਲੇਕਿਨ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਇਸ ਨੂੰ ਅਸੀਂ ਸ਼੍ਰੋਮਣੀ ਕਮੇਟੀ ਨੂੰ ਪਾਰਲੀਮੈਂਟ ਕਹਿੰਦੇ ਆ ਨਾ ਜੀ, ਤਾਂ ਮੈਂ ਇਸ ਤਰ੍ਹਾਂ ਸਹਿਮਤ ਹਾਂ ਰਾਜਪੁਰਾ ਜੀ ਨਾਲ ਕਿ ਇਟ ਸ਼ੁੱਡ ਵਰਕ ਐਜ਼ ਅ ਪਾਰਲੀਮੈਂਟ। ਬਿਲਕੁਲ। ਪਰ ਸਾਡੇ ਕੋਲ ਉਸ ਦਾ ਬਲੂਪ੍ਰਿੰਟ ਨਹੀਂ ਬਣਿਆ ਜੀ। ਸਾਡੇ ਕੋਲ ਉਸਦਾ ਇੱਕ ਤਰ੍ਹਾਂ ਦੀ ਰੋਡ ਮੈਪ ਬਣਦਾ ਹੁੰਦਾ ਪਾਰਲੀਮੈਂਟ ਦਾ, ਉਸ ਤਰ੍ਹਾਂ ਨਹੀਂ ਬਣਿਆ। ਜੀ। ਮੈਂ ਪਿਛਲੇ ਕਾਫੀ ਸਮੇਂ ਤੋਂ ਯਤਨ ਕੀਤਾ ਕਿ ਖਾਸ ਤੌਰ ਤੇ 17-18 ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਸੁਧਾਰ ਲਿਆਂਦੀ ਜਾਵੇ ਜੀ। ਦੇਖੋ, 100 ਸਾਲ ਦਾ ਸਮਾਂ ਆਪਣੇ ਆਪ ਦੇ ਵਿੱਚ ਬੜਾ ਵੱਡਾ ਹੁੰਦਾ ਹੈ। ਬਿਲਕੁਲ। ਸਾਨੂੰ ਉਹਦੇ 'ਚ ਰਿਫਾਰਮਸ ਲਿਆਉਣ ਦੀ ਲੋੜ ਸੀ, ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਵੀ ਜਿਹੜੀ ਸਮੁੱਚੇ 30-40 ਸਾਲ 'ਚ ਰਿਫਾਰਮਿਸਟ ਮੂਵਮੈਂਟ ਚੱਲੀ ਸੀ, ਸਿੰਘ ਸਭਾ ਲਹਿਰ ਦੇ ਵਿੱਚ ਜਾਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ, ਉਹਦਾ ਸਿਖਰ ਸੀਗਾ ਜੀ। ਇਟ ਵਾਸ ਅ ਕਲਾਈਮੈਕਸ। ਬਿਲਕੁਲ। ਜਦੋਂ ਉਹ ਇੱਕ ਸੁਧਾਰਾਂ ਜੋ ਪੈਦਾ ਹੋਈ ਹੈ ਤਾਂ ਅੱਜ 100 ਸਾਲ ਬਾਅਦ ਸਾਨੂੰ ਅੱਜ ਦੇ ਸਮੇਂ 'ਤੇ ਸੁਧਾਰ ਲਿਆਉਣੇ ਚਾਹੀਦੇ ਨਾ। ਬਿਲਕੁਲ। ਇਹਦੇ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਜਿਹੜਾ ਉਹ ਪਰਚੀ ਆ ਜਾਂਦੀ ਹੈ ਜਾਂ ਹੋਰ ਆ ਜਾਂਦੀ ਹੈ, ਇਹ ਇੱਕ ਤਰ੍ਹਾਂ ਦਾ ਉਹਨਾਂ ਨੇ ਬਣਾ ਲਿਆ ਹੋਇਆ ਕਿ ਲੋਕ ਸਹਿਮਤ ਨਹੀਂ ਹੈਗੇ ਨਾ ਜੀ। ਲੇਕਿਨ ਸਵਾਲ ਇਹ ਹੈ ਕਿ ਅੱਜ ਦੇ ਸਮੇਂ 'ਚ ਜਿਹੜੀਆਂ ਦੀ ਪ੍ਰਾਇੋਰਟੀਜ਼ ਨੇ, ਚੁਣੌਤੀਆਂ ਨੇ, ਉਹ ਇਸ ਦੇ ਰਿਫਾਰਮਿਸਟ ਲਿਆਉਣ ਦੀ ਲੋੜ ਹੈ, ਜਿਹਦੇ 'ਚ ਮੈਂ ਸਮਝਦਾ ਕਿ ਇਹਦਾ ਪਹਿਲਾਂ ਤਾਂ ਜਿਵੇਂ ਵਿਸ਼ਵ ਸੰਸਦ ਨੂੰ ਬਿਆਰ ਕਰਨਾ, 7 ਦਿਨ ਦੀ ਰੈਜ਼ੋਲੂਸ਼ਨ ਹੋਣਾ, ਪਾਰਲੀਮੈਂਟ ਸੈਸ਼ਨ ਬਣਾ, ਇਹਦੇ ਚੋਣ ਸੁਧਾਰ ਹੁੰਦੇ ਜਾਣ ਜੀ, ਇਹਦੇ 'ਚ ਐਜੂਕੇਸ਼ਨ ਸੁਧਾਰ ਹੋਣ, ਹੈਲਥ ਸਰਵਿਸ, ਕਿਉਂਕਿ ਜਿਹੜਾ ਗੁਰਦੁਆਰਾ ਹੈ ਨਾ ਜੀ, ਗੁਰਦੁਆਰਾ ਦੀ ਪਰਿਭਾਸ਼ਾ ਜੋ ਭਾਈ ਕਾਹਨ ਸਿੰਘ ਨਾਭਾ ਨੇ ਕੀਤੀ ਹੈ ਬੜੀ ਕੰਪਲੀਟ ਹੈ ਕਿ ਗੁਰਦੁਆਰੇ ਦੀ ਕੀ ਪਰਿਭਾਸ਼ਾ ਤਾਕਤ ਦਿੰਦਾ ਸਾਨੂੰ, ਰੀੜ੍ਹ ਦੀ ਹੱਡੀ ਹੈ, ਉਹ ਸ਼ਫਾਖਾਨਾ ਹੈ, ਲੋਕਾਂ ਨੂੰ ਅੰਨਪੂਰਨਾ ਦਿੰਦਾ ਹੈ, ਰਿਹਾਇਸ਼ ਦਿੰਦਾ ਹੈ, ਜਗਿਆਸੂ ਨੂੰ ਜੋ ਗਿਆਨਚਾਰੀ ਹੈ। ਸੋ ਮੈਂ ਸਮਝਦਾ ਕਿ ਉਸ ਨੂੰ ਮੁੱਖ ਰੱਖ ਕੇ ਵੱਡੇ ਪ੍ਰਪੇਖ ਦੇ ਵਿੱਚ ਜਦੋਂ ਤੱਕ ਅਸੀਂ ਅਕਾਲੀ ਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਦੇ ਜੋ ਪ੍ਰਧਾਨ ਬਣਦੇ ਨੇ, ਉਹ ਜੋ ਜਾਂ ਅਕਾਲ ਤਖਤ ਸਾਹਿਬ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਸ ਚੀਜ਼ ਨੂੰ ਨਿਗਾਹ ਰੱਖਣਾ। ਦੇਖੋ, 17 ਤਰੀਕ ਨੂੰ ਜੋ ਫੈਕਸ਼ਨ ਹੋਇਆ ਉਹਦੇ 'ਚ ਗੱਲ ਜ਼ਰੂਰ ਤੁਰਨੀ ਚਾਹੀਦੀ ਸੀ ਕਿ ਸਾਡੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਕਮੇਟੀ ਕਿਹੜੇ ਰਿਫਾਰਮਸ ਲਿਆਏਗੀ ਔਰ ਉਹਨਾਂ ਰਿਫਾਰਮ ਦੇ ਨਾਲ ਕੀ ਰਿਜ਼ਲਟਸ ਨਿਕਲਣਗੇ, ਉਹਦਾ ਟਾਈਮ ਬਾਉਂਡ ਪ੍ਰੋਗਰਾਮ ਫਿਕਸ ਕੀਤੇ ਜਾਣੇ ਚਾਹੀਦੇ ਨੇ। ਸੋ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਚੁਣੌਤੀਆਂ ਨੇ, ਕਿਉਂਕਿ ਸਮਾਂ ਬਦਲ ਗਿਆ, ਅੱਜ ਸਮਾਂ ਹੋਰ ਆ ਗਿਆ, ਪੰਥ ਦੀ ਗੱਲਾਂ ਹੋਰ ਆ ਗਈਆਂ ਨੇ, ਪੰਜਾਬ ਦੀ ਸਥਿਤੀ ਹੋਰ ਹੈ, ਵਰਲਡ ਦੇ ਵੀ ਪੰਥ ਫੈਲ ਗਿਆ ਹੈ। ਉਹਦੇ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਨੂੰ ਬੜਾ ਕ੍ਰੀਏਟਿਵ ਔਰ ਕੰਸਟਰਕਟਿਵ ਰੋਲ ਅਦਾ ਕਰਕੇ ਇਹ ਦੇਖੋ, ਗੁਰਦੁਆਰਾ ਐਕਟ ਨੂੰ ਮਨਾ ਨਹੀਂ ਕਰਦਾ ਕਿ ਇਹਨੂੰ ਆਪਣਾ ਸੈਸ਼ਨ ਸੱਦੇ ਜਾਣ, ਮਤਲਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਵਿਸਾਖੀ ਤੇ ਔਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਤੇ 3 ਦਿਨ ਹਫ਼ਤੇ ਤੇ ਰੈਸ਼ਨ ਬਣ ਜਾਣ, ਆਪਣਾ ਸੈਸ਼ਨ ਸੱਦੇ ਜਾਣ ਤੇ ਉਹਦੇ 'ਚ ਬਕਾਇਦਾ ਡਿਸਕਸ ਹੋਵੇ। ਅਕਾਲ ਤਖਤ ਸਾਹਿਬ ਜਥੇਦਾਰ ਲਾਈਕ ਪ੍ਰੈਜ਼ੀਡੈਂਟ ਭਾਸ਼ਣ ਦੇ ਕੇ ਦੇ ਉਹਦੇ ਸਾਰੇ ਸਮੱਸਿਆ ਰੱਖਣ, ਉਹ ਡਿਸਕਸ ਹੋਵੇ। ਸੋ ਮੈਂ ਸਮਝਦਾ ਕਿ ਇਹ ਜਿਹੜੀਆਂ ਗੱਲਾਂ ਜਿਹੜੀਆਂ ਸਾਡੀ ਰਾਜਨੀਤੀਕਰਨ ਹੋ ਗਿਆ ਨਾ ਜੀ, ਇਹ ਸਾਡੇ ਜਿਹੜੇ ਕ੍ਰੀਏਟਿਵ ਕੰਮ ਨਾਮ ਫਿਕਸ ਕਰਨ ਕਰਕੇ
ਇਹ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨ ਜਿਹੜੀਆਂ ਨੇ ਜਾਂ ਸਾਡੀਆਂ ਉਸ ਦੇ ਨਾਲ ਕਿ ਜਿਹੜੀਆਂ ਇਹਦੇ ਵਿਰੋਧ 'ਚ ਬੈਠੀਆਂ ਨੇ, ਕਿਉਂਕਿ ਰਾਜਨੀਤੀ ਤਾਂ ਹੋ ਗਈ ਹੈ, ਤਾਂ ਬਾਦਲ ਦੀ ਰਾਜਨੀਤੀ ਵੀ ਸ਼੍ਰੋਮਣੀ ਕਮੇਟੀ ਦੀ ਰਾਜਨੀਤੀ ਵਿਰੋਧ ਤੇ ਸਿਆਸਤ ਅਸੀਂ ਆਪ ਹੀ ਕਰ ਦਿੰਦੇ ਹਾਂ। ਸੋ ਮੈਂ ਮਹਿਸੂਸ ਕਰਦਾ ਕਿ ਆਪਾਂ ਨੂੰ ਰਿਫਾਰਮਸ ਵਾਲੇ ਪਾਸੇ ਅੱਜ ਸ਼੍ਰੋਮਣੀ ਕਮੇਟੀ ਚੱਲਣਾ ਚਾਹੀਦਾ ਹੈ, ਤਾਂ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਵੇਗ ਹੈ ਉਹ ਸਾਡੇ ਸਾਹਮਣੇ ਆਵੇ। ਨਹੀਂ ਕਿਸ ਤਰ੍ਹਾਂ ਐਤਕੀ ਜਦੋਂ ਬਾਈਟ ਸੈਸ਼ਨ ਹੋਇਆ ਇਹਨਾਂ ਦਾ ਬਾਈਟ ਜੀ, ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਉਦਮ ਕੀਤਾ, ਜੀ ਉਪਰਾਲਾ ਕੀਤਾ, ਪਹਿਲ ਕਦਮੀ ਕੀਤੀ ਹੈ ਜੀ ਕਿ ਜਿਨ੍ਹਾਂ ਮੈਂਬਰਾਂ ਨੇ ਟਾਈਮ ਮੰਗਿਆ ਕਿ ਸਾਨੂੰ ਬੋਲਣ ਦਾ ਟਾਈਮ ਮਿਲਣਾ ਚਾਹੀਦਾ ਜੀ, ਅੱਗੇ ਨਹੀਂ ਸੀ ਮਿਲਦਾ, ਜੀ ਐਤਕੀ 7 ਕੇ 8 ਮੈਂਬਰ ਉਹਦੇ ਚ ਆਪਣਾ ਸਿਮਰ ਜਿਹੜੇ ਬੈਂਸ ਸਾਹਿਬ ਆ, ਬਲਵਿੰਦਰ ਸਿੰਘ ਬੈਂਸ, ਬੀਬੀ ਕਿਰਨਜੋਤ ਕੌਰ, ਹੋਰ ਮਤਲਬ ਜਿਹੜੇ ਮੈਂਬਰ ਸੀ ਜਿਨ੍ਹਾਂ ਨੇ ਬੋਲਣਾ ਚਾਹਿਆ ਜੀ, ਜਿੰਨੇ ਮੈਂਬਰਾਂ ਨੇ ਨਾਮ ਦਿੱਤੇ ਉਹਨਾਂ ਸਾਰਿਆਂ ਨੂੰ ਉੱਥੇ ਟਾਈਮ ਦਵਾਇਆ ਗਿਆ ਔਰ ਉਹਨਾਂ ਦੇ ਵਿਚਾਰ ਲੈ ਗਏ। ਇਹ ਜਿਹੜੀ ਆ ਆਰੰਭਤਾ ਇਸ ਚੀਜ਼ ਦੀ ਉਹ ਇਸ ਸੈਸ਼ਨ ਤੇ ਹੋ ਚੁੱਕੀ ਹੈ, ਆਰੰਭਤਾ ਹੋ ਚੁੱਕੀ ਹੈ। ਸੈਸ਼ਨ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਗਿਆ, ਲੇਕਿਨ ਕਿਤੇ ਨਾ ਕਿਤੇ ਕੁਝ ਲੋਕ ਅਜਿਹੇ ਵੀ ਸੀਗੇ, ਹਾਲਾਂਕਿ ਕਿਹਾ ਜਾਂਦਾ ਵੀ ਚੁਣ ਕੇ ਜਿਹੜੇ ਆ ਕਿਤੇ ਨਾ ਕਿਤੇ ਜਦੋਂ ਟਿਕਟ ਦੇ ਦਿੱਤੀ ਜਾਂਦੀ ਹੈ ਬੰਦਾ ਚੁਣਨ ਲਈ ਆ ਜਾਂਦਾ, ਲੇਕਿਨ ਚੁਣ ਕੇ ਅਸੀਂ ਅਜਿਹੇ ਲੋਕਾਂ ਨੂੰ ਭੇਜ ਦਿੰਦੇ ਹਾਂ ਜਿਹੜੇ ਕਿ ਸਿਆਸਤ ਦੇ ਵਿੱਚ ਜਿਹੜੇ ਜ਼ਿਆਦਾ ਰੁਚੀ ਰੱਖਦੇ ਨੇ ਬਨਿਸਬਤ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਭਾਗਾਂ ਵਿੱਚ, ਉਹਨਾਂ ਨੂੰ ਨੌਲੇਜ ਵੀ ਨਹੀਂ ਹੁੰਦੀ। ਮੈਂ ਤੁਹਾਨੂੰ ਇੱਕ ਕਲਿੱਪ ਦਿਖਾ ਰਿਹਾ, ਤੁਸੀਂ ਆਹ ਕਲਿੱਪ ਦੇਖੋ, ਤੁਸੀਂ ਦੇਖੋਗੇ ਵੀ ਇਹ ਐਸਜੀਪੀਸੀ ਦੇ ਮੈਂਬਰ 77 ਰਹਿ ਚੁੱਕੇ ਨੇ ਤੇ 77 ਰਹਿਣ ਦੇ ਵੇਲੇ ਵੀ ਉਹਨਾਂ ਦੀ ਇਹ ਜਿਹੜੀ ਸੀਗੀ ਇਹ ਜਾਣਕਾਰੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ। ਉਹ ਇੱਕ ਕਲਿੱਪ ਸਾਨੂੰ ਕਿਸੇ ਨੇ ਭੇਜੀ, ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹੋ ਜਿਹੇ ਅਗਰ ਜਾਣਗੇ ਤਾਂ ਕਿਹੋ ਜਿਹਾ ਰਿਜ਼ਲਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਇਹ ਪਾਵਨ ਇਤਿਹਾਸਕ ਦਿਹਾੜਾ ਇਸ ਸਮੂਹ ਸੰਗਤਾਂ ਬੜੇ ਵਿਰਾਗ ਦੇ ਨਾਲ ਅਤੇ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ, ਕਿਉਂਕਿ ਸਤਿਗੁਰਾਂ ਨੇ ਜਿੱਥੇ ਇਹ ਸ਼ਹੀਦੀ ਧਰਮ ਦੀ ਰੱਖਿਆ ਵਾਸਤੇ ਦਿੱਤੀ, ਉੱਥੇ ਜੋ ਅੱਜ ਸਮੁੱਚੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਅਸੀਂ ਗੱਲ ਕਰਦੇ ਹਾਂ, ਦੂਜਿਆਂ ਦੀ ਜਿਉਣ ਦੀ ਗੱਲ ਕਰਦੇ ਹਾਂ, ਦੂਜਿਆਂ ਦੇ ਧਰਮਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਉਸ ਦੀ ਬੁਨਿਆਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1675 ਦੇ ਵਿੱਚ ਇਸ ਸਥਾਨ ਤੋਂ ਚੱਲ ਕੇ ਦਿੱਲੀ ਜਾ ਕੇ ਸੀਸ ਦੇ ਕੇ ਜੋ ਆਪਣੀ ਕੁਰਬਾਨੀ ਦੇ ਕੇ ਉਸ ਦੀ ਬੁਨਿਆਦ ਰੱਖੀ ਸੀ। ਸੋ ਸਮਝ ਨਹੀਂ ਆਇਆ ਤਾਂ ਦੁਬਾਰਾ ਸਮਝਾ ਸਕਦਾ, ਦੁਬਾਰਾ ਤੁਹਾਨੂੰ ਦਿਖਾ ਸਕਦਾ। ਮੈਂ ਮਹਿਸੂਸ ਕਰਦਾ ਇਹ ਜੋ ਚਾਵਲਾ ਸਾਹਿਬ ਬੋਲੇ ਨੇ ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਚੱਲ ਕੇ ਗਏ ਜੀ। ਇਟ ਮੇ ਬੀ ਸਲਿਪ ਆਫ ਟੰਗ ਹੈ, ਲੇਕਿਨ ਇੱਕ ਸਲਿਪ ਆਫ ਟੰਗ ਜਦੋਂ ਆਪਾਂ ਇਹੀ ਸੰਦੇਸ਼ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਦਿੰਦੇ ਆ, ਦੇਖੋ ਇੱਕ ਮਿੰਟ, ਅਗਰ ਆਪਾਂ ਇਹੀ ਸੰਦੇਸ਼ ਲੋਕਾਂ ਤੱਕ ਪਹੁੰਚਾ ਦਿੰਦੇ ਆ ਵੀ 1675 ਵਿੱਚ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਸ਼ਹਾਦਤ ਦਿੱਤੀ ਹੈ ਜਿਹੜੀ ਹਿੰਦੂ ਧਰਮ ਲਈ, ਫਿਰ ਕੀ ਸੰਦੇਸ਼ ਜਾਏਗਾ? ਮਤਲਬ ਨਹੀਂ ਇਹ ਸਭ ਤੋਂ ਹੋ ਸਕਦੀ ਹੈ ਕੋਈ ਵੱਡੀ ਗੱਲ ਜੀ, ਬੋਲਣ ਲੱਗਾ ਤਾਂ ਬੋਲਦਾ ਬੰਦਾ ਜੀ ਮਾਈਕ ਤੇ ਉਸ ਤਕਰੀਬਨ ਸਾਰੇ ਬੰਦੇ ਕੋਲ ਇਸ ਤਰ੍ਹਾਂ ਦੀਆਂ ਹੋਈਆਂ ਜ਼ਿੰਦਗੀ ਚ, ਇਹ ਕੋਈ ਵੱਡੀ ਗੱਲ ਇਹ ਕੋਈ ਵੱਡੀ ਗੱਲ ਨਹੀਂ ਹੈ ਵੀ ਇਸੇ ਤਰ੍ਹਾਂ ਮਤਲਬ ਉਹ ਕੁਝ ਵੀ ਜਿਹੜੇ ਹੈ ਨਹੀਂ ਗੱਲ ਇਹ ਦੁਬਾਰਾ ਕੰਟਰਡਿਕਸ਼ਨ ਹੋਣੀ ਜੀ ਪ੍ਰੋਟ ਤਾਂ ਹੋਣੀ ਚਾਹੀਦੀ ਸੀ, ਮੇਰੇ ਕੋਲ ਗਲਤੀ ਹੋ ਗਈ ਹੈ, ਇਹ ਚਾਹੀਦਾ ਸੀ। ਪਰ ਮੇਰਾ ਮਤਲਬ ਇਹ ਹੈ ਕਿ ਮੁੱਦਾ ਇਸ ਲਈ ਡਾਕਟਰ ਸਾਹਿਬ ਇਹ ਹੈ ਕਿ ਸ਼੍ਰੋਮਣੀ ਕਮੇਟੀ ਦਾ ਵਰਤਮਾਨ ਹੈ ਜੀ, ਇਸ ਤੋਂ ਆਉਣ ਵਾਲੇ 2120 ਸਾਲ ਤੱਕ ਇਸ 100 ਸਾਲ ਦਾ ਇਤਿਹਾਸ ਕਿਵੇਂ ਰਚਣਾ ਜੀ, ਇਟ ਸ਼ੁਡ ਬੀ ਅਵਰ ਪ੍ਰਾਇੋਰਟੀ। ਬਿਲਕੁਲ। ਦੂਸਰੀ ਗੱਲ ਇਹ ਹੈ ਕਿ ਜਿਹੜੀ ਰਾਜਨੀਤੀਕਰਨ ਹੈ ਇਸ ਦਾ ਉਸ ਨੂੰ ਫੌਰੀ ਤੌਰ ਤੇ ਇਸ ਪਾਸੇ ਰੱਖ ਕੇ ਮੈਂ ਤਾਂ ਦੇਖੋ ਕਹਿਣਾ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਚੋਣ ਪੈਨਲ 7 ਮੈਂਬਰੀ ਆਪਣਾ ਬਣਾਵੇ ਜੀ, ਵੈਨ ਤੱਕ ਇਲੈਕਸ਼ਨਸ ਕਮ ਜੀ, ਤਾਂ ਸ਼੍ਰੋਮਣੀ ਕਮੇਟੀ ਆਪਣੀ ਇਲੈਕਸ਼ਨ ਆਪ ਕਿਉਂ ਨਹੀਂ ਕਰਵਾਉਂਦੀ ਜੀ। ਜਿਹੜੀ ਗੱਲ ਆਪਾਂ ਕਹਿੰਦੇ ਆ ਕਿ ਇੱਕ ਛਾਣਨੀ ਚ ਲੱਗ ਕੇ ਚੰਗੇ ਬੰਦੇ ਜਿਹੜੇ ਨੇ ਉਹ ਜਿਹੜੇ ਐਡਮਿਨਿਸਟ੍ਰੇਟਰ ਵੀ ਹੋਣ, ਧਾਰਮਿਕ ਵਿਚੀ ਵਾਲੇ ਕਰਦੇ ਹੋਣ ਔਰ ਪ੍ਰਚਾਰਕ ਹੋਣ, ਉਹ ਜਾ ਕੇ ਉੱਥੇ ਬਣਨ ਜੀ, ਕਿਉਂਕਿ ਇਹ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਨੇ ਇਹ ਇੱਕ ਜਿਹੜਾ ਪੁੱਠਾ ਗੇੜਾ ਪੈ ਗਿਆ ਨਾ ਜੀ, ਇਸ ਨੂੰ ਸਿੱਖ ਤੋਂ ਪਹਿਲਾਂ ਇਤਿਹਾਸ ਗਲਤੀ ਠੀਕ ਕਰਨੀ ਜੀ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ, ਦਿੱਲੀ ਗੁਰਦੁਆਰਾ ਕਮੇਟੀ ਦਾ ਸਾਰੇ ਕੋਟੀ ਇਹ ਬਜਾਏ ਰਾਜਨੀਤੀ ਦੇ ਅਖਾੜੇ ਬਣਨ ਦੀ ਬਜਾਏ ਧਰਮ ਪ੍ਰਚਾਰ ਔਰ ਸਿੱਖ ਪੰਥ ਦੀਆਂ ਸਮੱਸਿਆਵਾਂ ਦੇ ਅੱਗੇ ਲਿਜਾਣ ਵਾਲੇ ਟਰੂ ਸੈਂਸ ਪਾਰਲੀਮੈਂਟ। ਹਰਦੀਪ ਸਿੰਘ ਜੀ, ਕਮੀਆਂ ਕਿੱਥੇ ਆ? ਤੁਸੀਂ ਸਮਝਦੇ, ਤੁਸੀਂ ਇਹਨਾਂ ਨੇ ਕਿਹਾ ਜਿਸ ਤਰ੍ਹਾਂ ਹੋਣਾ ਚਾਹੀਦਾ, ਫਿਰ ਅੱਜ 100 ਸਾਲ ਬਾਅਦ ਇਹ ਕਮੀਆਂ ਨਿਗਾਰ ਕਿਉਂ ਆਇਆ? ਇੰਨੀ ਕਮੀਆਂ ਕਿਉਂ ਆਈਆਂ ਇਸ ਦੇ ਵਿੱਚ ਵੀ ਅੱਜ ਸਾਨੂੰ ਇਹ ਕੁਐਸਚਨ ਉੱਠ ਰਹੇ ਆ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਕੇਵਲ ਤੇ ਕੇਵਲ ਇੱਕ ਪਾਰਟੀ ਦੀ, ਇੱਕ ਬੰਦੇ ਦੀ ਜ਼ਗੀਰ ਬਣ ਕੇ ਰਹਿ ਗਈ? ਨਹੀਂ, ਇਹ ਤਾਂ ਵੈਸੇ ਪੰਥ ਨੇ ਫੈਸਲਾ ਕਰਨਾ ਜੀ ਸ਼੍ਰੋਮਣੀ ਕਮੇਟੀ ਦੇ ਉੱਤੇ ਕਿਹੜੀ ਧਿਰ ਕਾਬਜ਼ ਹੋਣੀ ਹੈ ਜੀ, ਕਿਉਂਕਿ ਵੋਟਾਂ ਦੀ ਸੰਸਥਾ ਹੈ। ਨਹੀਂ, ਮੈਂ ਉਹਦੀ ਤਾਂ ਗੱਲ ਨਹੀਂ ਕਰ ਰਿਹਾ, ਉਹ ਵੋਟਾਂ ਪੈਣਗੀਆਂ, ਉਹ ਵੋਟਾਂ ਮੈਂ ਕਹਿ ਰਿਹਾ ਵੀ ਕਿਉਂ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਵੀ ਇਹ ਜਿਹੜੀ ਪਿਛਲੇ 10 ਸਾਲ ਤੋਂ ਹੈ, ਪਿਛਲੇ ਦੇਖੋ ਕਾਫੀ ਦੇਰ ਤੋਂ ਜਿਹੜੀ ਆ ਪਰਚੀ ਦੇ ਹਿਸਾਬ ਨਾਲ ਪ੍ਰਧਾਨ ਬਣਿਆ ਜਾ ਰਿਹਾ ਔਰ ਇਲੈਕਸ਼ਨ ਵੀ ਨਹੀਂ ਹੋ ਰਹੇ, ਬਹੁਤ ਦੇਰ ਹੋ ਗਈ ਹੈ, ਚੋਣਾਂ ਵੀ ਨਹੀਂ ਕਰਾਈਆਂ ਗਈਆਂ ਹਲੇ ਤੱਕ, ਉਹ ਚਲੋ ਚਾਹੇ ਕਿਸੇ ਵੀ ਉਹਦੇ ਨਾਲ ਨਹੀਂ ਕਰਾਈਆਂ ਗਈਆਂ ਲੇਕਿਨ ਨਹੀਂ ਹੋਈਆਂ। ਲੇਕਿਨ ਅੱਜ ਅਗਰ ਆਮ ਜਨਤਾ ਦੀ ਗੱਲ ਕਰੀਏ, ਆਮ ਸੰਗਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਹੈਗਾ ਵੀ ਸ਼੍ਰੋਮਣੀ ਕਮੇਟੀ ਨਾ ਰਹਿ ਕੇ ਕੇਵਲ ਤੇ ਕੇਵਲ ਇੱਕ ਪਾਰਟੀ ਦੀ ਤੇ ਇੱਕ ਬੰਦੇ ਦੀ ਜ਼ਗੀਰ ਬਣ ਕੇ ਰਹਿ ਗਈ ਹੈ। ਕਿਉਂ ਇੰਨਾ ਲੋਕਾਂ ਦੇ ਸੰਗਤ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਕਹੀਆਂ? ਪਹਿਲੀ ਗੱਲ ਇਹ ਮੈਂ ਕਲੀਅਰ ਕਰਾਂ ਜੀ ਵੀ
ਇਹ ਜਿਹੜੀ ਸ਼੍ਰੋਮਣੀ ਕਮੇਟੀ ਆ ਇਹ ਤੇ ਹੁਣ ਹੀ ਇੱਕ ਪਾਰਟੀ ਦੀ ਨਹੀਂ ਹੈ, ਇਹ ਜਦੋਂ ਤੋਂ ਬਣੀ ਆ ਉਦੋਂ ਤੋਂ ਹੀ ਇੱਥੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਨੇ ਦਿਆ ਸਮੇਂ ਅਨੁਸਾਰ ਜੀ। ਦੂਜੀ ਗੱਲ, ਇਹ ਜਿਹੜੀ ਸਿੱਖ ਸੰਗਤ ਦੇ ਮਨ 'ਚ ਇਹ ਸਾਰੀ ਸਿੱਖ ਸੰਗਤ ਇਹ ਚਾਹੁੰਦੀ ਸੀ ਜਾਂ ਅੱਜ ਵੀ ਇਹ ਚਾਹੁੰਦੀ ਹੈ ਵੀ ਸ਼੍ਰੋਮਣੀ ਕਮੇਟੀ ਇਸ ਤੋਂ ਵੱਧ ਕੰਮ ਹੋਰ ਕਰਕੇ ਪੰਥ ਦੇ ਅੱਗੇ ਰੱਖੇ ਜੀ। ਉਹ ਇਸ ਕਰਕੇ ਹੋਣ ਕਰਕੇ ਸਿੱਖ ਪੰਥ ਦੀ ਜਿਹੜੀਆਂ ਭਾਵਨਾਵਾਂ, ਸਿੱਖ ਪੰਥ ਦੀਆਂ ਜਿਹੜੀਆਂ ਖਾਸ਼ਾਂ ਹੈ, ਉਹ ਸ਼੍ਰੋਮਣੀ ਕਮੇਟੀ ਤੋਂ ਇਸ ਤੋਂ ਕਿਤੇ ਜ਼ਿਆਦਾ ਹੈ ਜੀ। ਤੇ ਉਹ ਖਾਸ਼ਾਂ ਪੂਰੀਆਂ ਨਾ ਹੋਣ ਕਰਕੇ ਜਿਹੜਾ ਪੰਥ ਆ ਉਹ ਇਸ ਤੇ ਥੋੜਾ ਜਿਹਾ ਇਤਰਾਜ਼ ਕਰ ਰਿਹਾ ਜਾਂ ਇਸ ਦੇ ਉੱਤੇ ਜਿਹੜਾ ਉਹ ਇਹਦੀ ਜਿਹੜੇ ਸਿਸਟਮ ਦੇ ਉੱਤੇ ਉਹ ਕਿੰਤੂ ਪ੍ਰਾਪਤ ਇਹਦਾ ਮੂਲ ਜਿਹੜਾ ਕਾਰਨ ਹੈ ਨਾ ਜੀ, ਮੂਲ ਇਸ ਦਾ ਰਾਜਨੀਤੀ ਪੈ ਕੇ ਰਾਜਨੀਤੀ ਕਰਨਾ ਹੈ, ਇਹ ਪਾਸੇ ਹੋ ਜਾਏ ਤੇ ਸ਼੍ਰੋਮਣੀ ਕਮੇਟੀ ਆਪਣੇ ਪੈਰਾਂ ਤੇ ਆਪ ਖੜੇ ਹੋਵੇ ਔਰ ਰਾਜਨੀਤੀ ਜਿਹੜੀ ਹੈ ਬਜਾਏ ਅਕਾਲੀ ਦਲ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਤੇ ਡਿਪੈਂਡ ਹੋਣ ਦੀ ਬਜਾਏ ਆਪਣੇ ਪੈਰਾਂ ਤੇ ਆਪ ਖੜਾ ਹੋਵੇ। ਨਹੀਂ, ਆਪਸ ਦੇ ਵਿੱਚ ਤਰੇੜਾਂ ਦੇਖੋ, ਆਪਸ ਤੇ ਤਰੇੜਾਂ ਇਹਨਾਂ ਨੇ ਕਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਕਿਹਾ, ਬਹੁਤ ਸਾਰੀ ਸਿਆਸਤ ਦੇ ਵਿੱਚ ਇਹ ਗੱਲਾਂ ਵੀ ਹੁੰਦੀਆਂ ਨੇ ਵੀ ਉਹਨਾਂ ਨੇ ਠੀਕ ਹੈ ਕਿ ਮਤੇ ਪਾਸ ਕੀਤੇ, ਜੋ ਵੀ ਕੀਤਾ ਉਹਨਾਂ ਨੇ ਇੱਕ 328 ਸਰੂਪਾਂ ਨੂੰ ਲੈ ਕੇ ਬਹੁਤ ਕੁਝ ਸਾਫ਼ ਵੀ ਕੀਤਾ, ਜਿਹੜਾ ਕਿ ਚਾਹੀਦਾ ਸੀਗਾ ਵੀ ਉਹ ਬੈਠ ਕੇ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਕਰਦੇ, ਲੇਕਿਨ ਉਹਨਾਂ ਦਾ ਆਪਣਾ ਹੀ ਜਿਹੜਾ ਬਿਆਨ ਸੀ ਉਹ ਖੰਡਿਤ ਕੀਤਾ ਹੈ, ਉਹਦਾ ਖੰਡਨ ਕੀਤਾ ਹੈ ਸਾਬਕਾ ਜਿਹੜੇ ਸੀਗੇ ਇੱਥੇ ਦੇ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ। ਇਹ ਆਪਸ ਦੇ ਵਿੱਚ ਕੰਟਰੋਵਰਸੀ ਕਿਉਂ? ਇਹ ਕੰਟਰੋਵਰਸੀ ਦੇਖੋ, ਇੱਕ ਤਾਂ ਜਿਹੜਾ ਮੁੱਦਾ ਹੈ ਨਾ ਕੰਟਰੋਵਰਸ਼ੀਅਲ ਹੋ ਗਿਆ ਜੀ, ਕਿਉਂਕਿ 267 ਜਿਹੜੇ ਸਰੂਪ ਸੀਗੇ ਉਹ ਗਾਇਬ ਹੋ ਗਏ, ਉਸ ਤੋਂ ਬਾਅਦ 328 ਆਏ। ਅਕਾਲੀ ਦਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਆਪਣੇ ਫੈਸਲਾ ਕਰਕੇ ਅੰਤਰ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਹਵਾਲੇ ਕੀਤਾ, ਸਾਨੂੰ ਮਸਲਾ ਕਰਕੇ ਦਿਓ। ਉਹਨਾਂ ਨੇ ਇਨਕੁਆਇਰੀ ਬਿਠਾਈ ਔਰ ਰਿਪੋਰਟ ਆਈ, ਰਿਪੋਰਟ ਅਨੁਸਾਰ ਜੋ ਫੈਸਲਾ ਕੀਤਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੇ ਉਹਦਾ ਫੈਸਲਾ ਕਰਕੇ ਸਸਪੈਂਡ ਕਰਤੇ ਬੰਦੇ। ਹੁਣ ਇਸ ਦੀ ਜਿਹੜੀ ਸਸਪੈਂਸ਼ਨ ਹੈ, ਕੁਝ ਲੋਕਾਂ ਦੇ ਹਲਕੇ 'ਚ ਆਇਆ ਕਿ ਸਾਨੂੰ ਇਹ ਤਾਂ ਚਲੋ ਠੀਕ ਹੈ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਔਰ ਸਾਨੂੰ ਦੱਸਿਆ ਜਾਏ ਕਿ ਸਰੂਪ ਕਿੱਥੇ ਗਏ ਨੇ, ਬੜਾ ਭਾਵੁਕ ਜਿਹਾ ਮੁੱਦਾ ਬਣ ਗਿਆ ਨਾ ਜੀ। ਹੁਣ ਇਸ ਦਾ ਬੈਠ ਕੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਫੈਸਲਾ ਕਰਨਾ ਚਾਹੀਦਾ ਸੀਗਾ ਕਿ ਇਹ ਪੰਥ ਕਿ ਉਹ ਲਿਸਟ ਲਿਆ ਦੇਵੇ ਕਿ ਇਹ ਲੋਕਾਂ ਕੋਲ ਚਾਹੇ ਕਮੇਟੀਆਂ ਕੋਲ ਗਈਆਂ ਨੇ ਚਾਹੇ ਵਿਅਕਤੀਗਤ ਬੰਦੇ ਲੈ ਗਏ ਨੇ, ਕਿਉਂਕਿ ਸਰੂਪ ਇਹਦਾ ਪ੍ਰਾਪਤ ਕਰਨਾ ਬੜਾ ਔਖਾ ਪ੍ਰੋਸੀਜਰ ਬਣ ਗਿਆ ਹੋਇਆ। ਮੈਂਬਰਾਂ ਦੀਆਂ ਚਿੱਟਾਂ ਗਈਆਂ ਔਰ ਉਹ ਜਿਹੜੀ ਸੀਗੀਆਂ ਉਹਨਾਂ ਨੂੰ ਉਹ ਵਾਪਸ ਉਹ ਦੇ ਦਿੱਤੇ ਜਾਂਦੇ ਸੀਗੇ, ਮਾਇਆ ਭੇਟ ਨਹੀਂ ਪਾਇਆ ਜਮਾ ਨਹੀਂ ਕਰਾਈ ਗਈ। ਸੋ ਮੈਂ ਸਮਝਦਾ ਕਿ ਬੜਾ ਇੱਕ ਇਸ਼ੂ ਹੈ ਔਰ ਇਹ ਆਪ ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਤੇ ਹੋਰ ਜਥੇਬੰਦੀ ਦੇ ਹਵਾਲੇ ਇੱਕ ਮੁੱਦਾ ਕਰ ਦਿੱਤਾ ਜਿਸ ਦਾ ਕਿ ਆਪ ਫੈਸਲਾ ਨਹੀਂ ਕਰ ਸਕੇ, ਮੁਕਾਬਲਾ ਨਹੀਂ ਕਰ ਸਕੇ। ਬਿਲਕੁਲ ਕਿਤੇ ਨਾ ਕਿਤੇ ਇੱਕ ਗੱਲ ਲਗਭਗ ਤੁਹਾਡੇ ਕੋਲ ਹੈ ਵੀ ਕਿਤੇ ਨਾ ਕਿਤੇ ਇਹ ਵੀ ਸ਼ੰਕਾ ਨੇ ਸੰਗਤ ਕਹਿੰਦੀ ਵੀ ਹੈਗੀ ਹੈ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਸਰਕਾਰ ਜਾਂ ਬਾਦਲ ਜਦੋਂ ਸਰਕਾਰ ਸੀ ਜਾਂ ਅੱਜ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਸੀ ਉਹਨਾਂ ਦੇ ਨਾਲ RSS ਦੇ ਇਸ਼ਾਰੇ ਤੇ ਚੱਲ ਰਹੀ ਹੈ ਕਿ ਸੱਚਮੁੱਚ RSS ਦੀ ਕੋਈ ਭੂਮਿਕਾ ਹੈ ਜੀ ਇਸ ਸ਼੍ਰੋਮਣੀ ਕਮੇਟੀ ਔਰ ਤਾਲਮੇਲ ਦੇ ਵਿੱਚ? ਦੇਖੋ, RSS ਦਾ ਤਾਂ ਕਦੇ ਇਲੈਕਸ਼ਨਾਂ ਨਾਲ ਕੋਈ ਸੰਬੰਧ ਨਹੀਂ ਰਿਹਾ। 1925 ਤੋਂ ਜਦੋਂ ਇਲੈਕਸ਼ਨ ਹੋਈ ਉਦੋਂ ਤੋਂ ਹੀ ਰਾਜਨੀਤੀ ਇਸ ਤੇ ਭਾਰੀ ਰਹੀ ਹੈ। ਪਹਿਲਾਂ ਸਰਦਾਰ ਬਹਾਦਰ ਪਾਰਟੀ ਸੀ, ਅੰਗਰੇਜ਼ ਪ੍ਰਸਤ ਪਾਰਟੀ ਸੀ, ਅੰਗਰੇਜ਼ਾਂ ਨੇ ਤੇ ਕਾਂਗਰਸ ਅਕਾਲੀ ਇਕੱਠੇ ਹੋ ਕੇ ਲੜ ਰਹੇ ਸੀ। ਕੋਈ ਇਹ ਵੀ ਸਮਾਂ ਆਇਆ ਵੀ ਕਾਮਰੇਡ 25 ਜਿਹੜੇ ਆ ਉਹ SGPC ਦੇ ਮੈਂਬਰ ਬਣ ਗਏ। ਮੋਹਨ ਸਿੰਘ ਮਹਾਵਾ ਜਿਹੜੇ ਆ ਉਹ ਵਾਈਸ ਪ੍ਰੈਜ਼ੀਡੈਂਟ ਬਣੇ, ਹੀ ਵਾਸ ਅ ਕਮਿਊਨਿਸਟ। ਇਹ ਰਾਜਨੀਤੀ ਦਾ ਸ਼ੁਰੂ ਤੋਂ ਫਿਰ ਸਾਧ ਸੰਗਤ ਬੋਰਡ ਬਣਿਆ, ਫਿਰ ਕਾਂਗਰਸ ਜਿਹੜੀ ਆ ਉਸ ਪਾਸੇ ਲੱਗੀ ਰਹੀ। ਮਾਸਟਰ ਤਾਰਾ ਸਿੰਘ ਨੂੰ ਬਦਨਾਮ ਕਰਨ ਲਈ ਜਿੰਨਾ ਕੰਮ ਸਰਦਾਰ ਪ੍ਰਤਾਪ ਸਿੰਘ ਜਿਹੜਾ ਇਹਨੇ ਕੀਤਾ, ਚੀਫ ਮਿਨਿਸਟਰ ਨੇ ਸਾਡੇ ਨੇ ਉਸ ਵੇਲੇ ਦੇ ਨੇ, ਕੈਰੋ ਨੇ, ਤੇ ਇਹਨਾਂ ਦਾ ਕਦੇ ਹੋਇਆ ਨਹੀਂ। ਸੋ ਹੁਣ ਵੀ ਜਿਹੜੀ ਹੈ ਨਾ, ਇਹਨੂੰ ਸਾਰੇ ਸਿੱਖਾਂ ਦੀ ਸਾਂਝੀ ਜਥੇਬੰਦੀ ਬਣੇ, ਰਾਜਨੀਤੀ ਤੋਂ ਉੱਤੇ ਉੱਠ ਕੇ ਧਰਮ ਦੇ ਰੂਪ ਦੇ ਇਕੱਠੇ ਹੋਣ, ਇਹਦੇ 'ਚ ਕੋਈ ਰਾਜਨੀਤੀ ਨਾ ਹੋਵੇ ਤਾਂ ਇਹ ਗੱਲ ਜਿਹੜੀ ਅੱਗੇ ਚੱਲ ਸਕਦੀ ਹੈ। ਨਹੀਂ ਤਾਂ RSS ਜਾਂ ਕੋਈ ਹੋਰ ਨੂੰ ਤੁਸੀਂ ਦੋਸ਼ ਦੇ ਸਕਦੇ ਹੋ। ਜਿੰਨਾ ਵੱਡਾ ਗੁਨਾਹ ਕਾਂਗਰਸ ਨੇ ਕੀਤਾ, ਜਦੋਂ ਬਠਿੰਡੇ 'ਚ ਵੀ ਸਿੰਘ ਮਾਰੇ, ਹੋਰ ਕੀਤਾ ਪੰਜਾਬੀ ਸੂਬੇ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਨੇ ਜਿੰਨਾ ਜ਼ੁਲਮ ਕੀਤਾ ਉਹਨਾਂ ਦਾ ਹੋਰ ਕਿਸੇ ਨੇ ਕੀਤਾ ਨਹੀਂ। ਲੇਕਿਨ ਉਸੇ ਨੇ ਇਹ ਚਰਚਾ ਚਲਾ ਦਿੱਤੀ ਕਿ ਮਾਸਟਰ ਤਾਰਾ ਸਿੰਘ ਜਿਹੜੇ ਆ ਇਹਨਾਂ ਨੇ ਵਰਤ ਤੋੜਿਆ, ਇਹ ਜੇ ਹਟਣਗੇ ਇਹਨਾਂ ਨੇ ਜੀ ਆਪਣਾ ਹਿੰਦੁਸਤਾਨ ਨੂੰ ਖਾਲਿਸਤਾਨ ਨਹੀਂ ਲੈਣ ਦਿੱਤਾ। ਆਲ ਝੂਠੇ ਪ੍ਰੋਪੇਗੈਂਡੇ ਉਦੋਂ ਦੇ ਲੋਕਾਂ ਦੇ ਮਨਾਂ 'ਚ ਵਸਾਏ ਆ 50 ਦੇ ਦਹਾਕਿਆਂ ਦੇ, ਜਿਹੜੇ ਹਲੇ ਤੱਕ ਸਿੱਖਾਂ ਦੇ ਮਨਾਂ 'ਚੋਂ ਨਹੀਂ ਲੱਥੇ। ਤੋ ਇਹ ਧਾਰਮਿਕ ਜਿਹੜੀ ਹੈ ਜਥੇਬੰਦੀ ਹੈ, ਇਹਦੇ ਵਿੱਚ ਕੇਵਲ ਤੇ ਕੇਵਲ ਇਹ ਨਹੀਂ ਕਿ ਕਿਹੜੀ ਰਾਜਨੀਤੀ ਪਾਰਟੀ ਨਾਲ ਹੈ ਜਾਂ ਦੂਜਾ ਹੈ। ਜੇ ਉਹ ਇੱਕ ਅੱਛਾ ਸਿੱਖ ਹੈ ਤੇ ਉਹ ਆ ਕੇ ਸੇਵਾ 'ਚ ਕੋਈ ਥਾਂ ਨਹੀਂ ਹੈਗੀ ਕਿ ਨਹੀਂ ਕਰ ਸਕਦਾ, ਲੇਕਿਨ ਅੰਦਰ ਰਾਜਨੀਤੀ ਹੋਵੇ
ਇਹ ਗੱਲ ਜਿਹੜੀ ਹੈ ਮੈਂ ਸਮਝਦਾ ਬਿਲਕੁਲ ਨਹੀਂ ਹੋਣੀ ਚਾਹੀਦੀ। ਕਿਸੇ ਨੂੰ ਵੀ ਆਪਣੀ ਰਾਜਨੀਤੀ ਇੱਥੇ ਨਹੀਂ ਲੈ ਕੇ ਜਾਣੀ ਚਾਹੀਦੀ। ਮੈਂ ਇੱਕ ਤੁਹਾਨੂੰ ਮਿਸਾਲ ਦੱਸਦਾ, ਚੀਫ ਖਾਲਸਾ ਦੀਵਾਨ ਜਥੇਬੰਦੀ ਹੈ ਜਿਹਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਹੈ। ਜੇ ਉਹ ਸਾਡੇ ਸੈਕਟਰੀ ਹੈ ਸਵਿੰਦਰ ਸਿੰਘ ਹੋਰੀ ਕੱਥੂ ਨੰਗਲ, ਉਹ ਕਾਂਗਰਸ ਦੇ ਐਮਐਲਏ ਰਹੇ। ਜਿਹੜੇ ਰਾਜ ਮਹਿੰਦਰ ਸਿੰਘ ਹੈ ਉਹ ਮੈਂਬਰ ਪਾਰਲੀਮੈਂਟ ਤੇ ਐਮਐਲਏ ਰਹੇ ਸ਼੍ਰੋਮਣੀ ਅਕਾਲੀ ਦਲ ਦੇ। ਮੈਂ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ। ਲੇਕਿਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬੈਠੇ ਹਾਂ ਤੇ ਅਸੀਂ ਕੇਵਲ ਤੇ ਕੇਵਲ ਪੰਥ ਦੀ ਤੇ ਵਿਦਿਅਕ ਤਰੱਕੀ ਵਾਸਤੇ ਗੱਲ ਕਰਦੇ ਹਾਂ। ਸਾਡਾ ਆਪਸੀ ਪਿਆਰ ਵੀ ਇੰਨਾ ਹੈ ਕਿ ਅਸੀਂ ਮਿਲ ਕੇ ਸਾਰੇ ਉਦਮ ਕਰਦੇ ਹਾਂ ਕਿ ਜਿੱਥੇ ਜਿੱਥੇ ਕੋਈ ਹੈਗਾ ਭਾਈ, ਇਹ ਜ਼ੋਰ ਲਾਓ ਕਿ ਅਸੀਂ ਆਪਣੀਆਂ ਸੰਸਥਾਵਾਂ ਨੂੰ ਵਧੀਆ ਬਣਾ ਸਕੀਏ। ਸੋ ਮੈਂ ਸਮਝਦਾ ਐਸੀ ਹੀ ਗੱਲ ਐਸਜੀਪੀਸੀ 'ਚ ਹੋਣੀ ਚਾਹੀਦੀ ਹੈ। ਸਾਰੇ ਸਿੱਖ ਮਿਲ ਕੇ ਇਕੱਠੇ ਹੋ ਕੇ ਪੰਥ ਦੀ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਰਾਜਨੀਤੀ ਆਪਣੀ ਆਪਣੀ ਕਰਦੇ ਫਿਰ 11 ਮਿਸਲਾਂ ਨੇ ਵੀ ਤਾਂ ਆਪਣੇ ਆਪ ਹੀ ਜਿਹੜੀ ਹੈ ਵੱਖਰੀ ਵੱਖਰੀ ਸੋਚ ਵੀ ਰੱਖਦੇ ਸੀ, ਵੱਖਰੀ ਵੱਖਰੀ ਫੌਜ ਵੀ ਰੱਖਦੇ ਸੀ। ਲੋੜ ਪੈਣ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਤੇ ਸਾਰੇ ਜਿਹੜੇ ਆ ਇੱਕ ਇਕੱਠੇ ਹੋ ਕੇ ਕੌਮ ਦੀ ਤੇ ਦੇਸ਼ ਦੀ ਰਾਖੀ ਲਈ ਅੱਗੇ ਵਧਦੇ ਸੀ। ਚੁਣੌਤੀਆਂ ਬਹੁਤ ਨੇ, ਜਿਸ ਤਰ੍ਹਾਂ ਹਰਸਿਮਰਤ ਸਿੰਘ ਹੋਰਾਂ ਨੇ ਕਿਹਾ। ਹਰਦੀਪ ਸਿੰਘ ਜੀ, ਹੱਲ ਵੱਲ ਨੂੰ ਕਿਤੇ ਨਾ ਕਿਤੇ ਕੋਈ ਇਸ਼ਾਰਾ ਜਾਂਦਾ ਵੀ ਹੱਲ ਵੀ ਕੀਤਾ ਜਾ ਸਕਦਾ ਦਾ, ਜਾਂ ਇਸੇ ਤਰ੍ਹਾਂ ਜਿਹੜੀ ਜੇਬ ਦੇ ਵਿੱਚੋਂ ਪਰਚੀਆਂ ਨਿਕਲਣਗੀਆਂ ਤੇ ਪ੍ਰਧਾਨ ਬਣਾ ਕੇ ਫਿਰ ਇਸੇ ਤਰ੍ਹਾਂ ਹੀ ਚੱਲਿਆ ਜਾਏਗਾ? ਤੁਸੀਂ ਗੱਲ ਕੀਤੀ ਸੀ ਕਿ ਬਹੁਤ ਸਾਰੇ ਇੰਸਟੀਟਿਊਸ਼ਨਸ ਹੈਗੇ ਆ, ਲੇਕਿਨ ਕੋਈ ਇੰਸਟੀਟਿਊਸ਼ਨ ਐਸਾ ਹੈ ਜਿੱਥੇ ਕਿ ਸਿਰਫ ਤੇ ਸਿਰਫ ਮੁਫਤ ਪੜ੍ਹਾਈ ਕਰਾਈ ਜਾਂਦੀ ਹੈ? ਹਾਂ, ਐਤਕੀ ਸ਼੍ਰੋਮਣੀ ਕਮੇਟੀ ਨੇ ਜਿਹੜਾ ਬਜਟ ਰੱਖਿਆ ਨਾ ਜੀ, ਉਸ ਬਜਟ ਦੇ ਵਿੱਚ ਹੀ ਇਹ ਉਹਨਾਂ ਨੇ ਕੀਤਾ ਜੀ ਵੀ ਐਤਕੀ 200 ਸਿੱਖ ਲੜਕੀਆਂ ਨੂੰ ਜੀ ਮਾਤਾ ਸਾਹਿਬ ਕੌਰ ਗਰਲ ਕਾਲਜ ਦੇ ਅੰਦਰ ਜੀ ਮੁਫਤ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਹੈ ਜੀ। ਇਹਦੇ ਲਈ ਉਹਨਾਂ ਨੇ ਜਿਹੜਾ ਹੈ ਉਹ 10% ਦੀ ਕੋਟਾ ਜਿਹੜਾ ਹੈ ਜੀ ਉਹ ਰਾਗੀ, ਢਾਡੀ ਤੇ ਗ੍ਰੰਥੀ ਸਿੰਘਾਂ ਦੀਆਂ ਬੱਚੀਆਂ ਵਾਸਤੇ ਦਿੱਤਾ ਹੈ ਜੀ ਹੈ। ਤੇ ਇਸੇ ਤਰ੍ਹਾਂ ਜਿਹੜਾ ਹੈ 5% ਦੀ ਕੋਟਾ ਆਰਥਿਕ ਤੌਰ ਤੇ ਕਮਜ਼ੋਰ ਗੁਰਸਿੱਖਾਂ ਨੇ ਦਿੱਤਾ ਹੈ ਜੀ। ਇਸੇ ਤਰ੍ਹਾਂ ਗੁਰਸਿੱਖ ਖਿਡਾਰੀਆਂ ਵਾਸਤੇ ਜੀ 90 ਲੱਖ ਰੁਪਈਆ ਉਹਨਾਂ ਨੇ ਜਿਹੜੇ ਸਾਬਤ ਸੂਰਤ ਖਿਡਾਰੀ ਹੈ ਕਿਸੇ ਵੀ ਖੇਡ 'ਚ ਹੈ, ਬਿਲਕੁਲ ਕਿਸੇ ਵੀ ਸਟੇਟ 'ਚੋਂ ਹੋਣ, ਉਹਨਾਂ ਨੇ ਦਿੱਤਾ ਹੈ ਜੀ। ਇਸ ਤਰ੍ਹਾਂ ਯਤਨ ਕਰਨੇ ਚਾਹੀਦੇ ਆ। ਜਿਵੇਂ ਹਰਸਿਮਰਤ ਸਿੰਘ ਜੀ ਉਹਨਾਂ ਨੇ ਕਿਹਾ, ਇਹ ਹਕੀਕਤ ਹੈ ਕਿ ਜਦੋਂ ਕੋਈ ਸੰਸਥਾ ਨੂੰ ਚੱਲਦਿਆਂ ਜਿਵੇਂ ਭਾਰਤੀ ਸੰਵਿਧਾਨ ਅੰਦਰ ਕਿੰਨੀਆਂ ਸੋਧਾਂ ਹੋ ਚੁੱਕੀਆਂ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਅੰਦਰ ਜਿਹੜੀਆਂ ਹੈ ਉਹ ਸਮੇਂ ਅਨੁਸਾਰ ਸੋਧਾਂ ਵੀ ਹੋਣੀਆਂ ਚਾਹੀਦੀਆਂ। ਸਮੇਂ ਅਨੁਸਾਰ ਨੀਤੀ, ਰਾਜਨੀਤੀ, ਰਣਨੀਤੀ ਉਹ ਬਦਲਣੀ ਚਾਹੀਦੀ ਹੈ, ਕਿਉਂਕਿ ਸਮੇਂ ਅਨੁਸਾਰ ਜਿਹੜੇ ਆ ਉਹ ਹਾਲਾਤ ਬਦਲ ਜਾਂਦੇ ਆ। ਸਮੇਂ ਅਨੁਸਾਰ ਲੋਕਾਂ ਦੀਆਂ ਲੋੜਾਂ ਬਦਲ ਜਾਂਦੀਆਂ, ਸਮੇਂ ਅਨੁਸਾਰ ਜਿਹੜੀਆਂ ਦੇਸ਼ ਦੀਆਂ ਰਾਜਨੀਤਿਕ ਸਥਿਤੀਆਂ ਉਹ ਬਦਲ ਜਾਂਦੀਆਂ। ਇਸ ਕਰਕੇ ਨਾਲ ਦੀ ਨਾਲ ਇਹਦੇ ਤੇ ਜਿਹੜਾ ਹੈ ਉਹ ਵਿਚਾਰ ਕਰਕੇ ਤੇ ਅਗਲੀ, ਜਿਵੇਂ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਜੀ, ਜਿਵੇਂ ਭਾਰਤ ਦੇ ਅੰਦਰ ਹੈ ਜੀ ਵੀ ਉਹ 5 ਸਾਲਾ ਯੋਜਨਾ ਬਣਦੀ ਹੈ ਜੀ। 5 ਸਾਲਾ ਯੋਜਨਾ ਬਣ ਕੇ ਉਹ ਤੇ ਫਿਰ ਉਹ ਕੰਮ ਹੁੰਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਚਾਹੀਦਾ ਹੈ ਵੀ ਉਹ 5 ਸਾਲਾ ਜਾਂ 7 ਸਾਲਾ 10 ਸਾਲਾ ਇੱਕ ਯੋਜਨਾ ਬਣਾਵੇ ਕਿ ਅਸੀਂ 5 ਸਾਲਾਂ 'ਚ ਇੱਥੇ ਜਾਵਾਂਗੇ, ਅਸੀਂ 10 ਸਾਲਾਂ 'ਚ ਇੱਥੇ ਜਾਵਾਂਗੇ, ਅਸੀਂ ਇਹ ਧਰਮ ਪ੍ਰਚਾਰ ਜਿਹੜਾ ਇੱਥੋਂ ਜਿਹੜਾ ਹੈ ਪੰਜਾਬ 'ਚੋਂ ਅੱਗੇ ਤੋਰ ਕੇ ਅਸੀਂ ਇਹਨੇ ਸਟੇਟਾਂ ਵਿੱਚ ਜਾਵਾਂਗੇ। ਇਹ ਸਮੇਂ ਅਨੁਸਾਰ ਜਿਹੜੇ ਹੈ ਨਾ ਪ੍ਰੀ ਪਲਾਨ ਪ੍ਰੋਗਰਾਮ ਬਣਾਉਣੇ ਹੋਣੇ ਚਾਹੀਦੇ ਆ। ਹੁਣ ਜਿਹੜਾ ਸਮਾਂ ਹੈ ਉਹ ਪੁਰਾਣਾ 100 ਸਾਲ ਵਾਲਾ ਨਹੀਂ ਹੈ। ਬਿਲਕੁਲ ਬਿਲਕੁਲ। ਮੈਂ ਬਾਅਦ ਚ ਤੁਹਾਡੇ ਕੋਲੋਂ ਪੁੱਛਾਂਗਾ ਕਿਉਂਕਿ ਲਾਲਪੁਰਾ ਸਾਹਿਬ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਨੇ, ਇਹਨਾਂ ਨੇ ਫਿਰ ਮੀਟਿੰਗ 'ਚ ਵੀ ਜਾਣਾ ਹੈ। ਮੈਂ ਲਾਲਪੁਰਾ ਸਾਹਿਬ ਤੁਹਾਡੇ ਕੋਲੋਂ ਪੁੱਛਾਂਗਾ, ਇਹਨਾਂ ਨੇ ਕਿਹਾ ਵੀ ਚੁਣੌਤੀਆਂ ਅੱਜ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੈ। ਬਹੁਤ ਸਾਰੇ ਜਿਹੜੇ ਹੈ ਉਹ ਇਲਜ਼ਾਮ ਲਗਾਏ ਜਾ ਰਹੇ ਨੇ, ਇਲਜ਼ਾਮਾਂ ਤੋਂ ਹਟਾਇਆ ਜਾ ਰਿਹਾ, ਬਹੁਤ ਕੁਝ ਹੈ, ਬਹੁਤ ਕੁਝ ਕਰਨ ਵਾਲਾ ਹੈ। ਤੁਹਾਡੀ ਨਜ਼ਰ ਦੇ ਵਿੱਚ ਇੱਕ ਪਾਰਟੀ ਵੱਖ ਰੱਖ ਕੇ ਅਗਰ ਤੁਹਾਨੂੰ ਮੈਂ ਕਹਾਂ ਇੱਕ ਸਿੱਖ ਹੋਣ ਦੇ ਨਾਤੇ ਕੋਈ ਤੁਸੀਂ ਆਪਣਾ ਮਸ਼ਵਰਾ ਜਾਂ ਹੱਲ ਸਮਝਦੇ ਹੋਗੇ ਨਾ ਚੁਣੌਤੀਆਂ ਦਾ, ਹੈ ਤਾਂ ਕੀ ਹੈ? ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ ਹਾਂਜੀ, ਤੇ ਸੇਵਾ ਕਰਤ ਹੋਏ ਨੈਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਜਦੋਂ ਐਸਜੀਪੀਸੀ ਦੇ ਵਿੱਚ ਕੇਵਲ ਤੇ ਕੇਵਲ ਸੇਵਾ ਵਾਲੇ ਲੋਕ ਆਉਣਗੇ, ਕਰਮਚਾਰੀ ਵਰਗ ਜਿਹੜਾ ਹੈ ਉੱਥੇ ਦਾ ਉਹ ਪਿੱਛੇ ਪਏਗਾ, ਉਹ ਉਹਨਾਂ ਨੂੰ ਸਪੋਰਟ ਕਰੇਗਾ ਜਿਹੜੇ ਬੰਦੇ ਸੇਵਾ ਕਰਨ ਵਾਸਤੇ ਆਉਂਦੇ ਆ। ਤੇ ਸਾਡੇ ਕੋਲ ਕਰੋੜਾਂ ਰੁਪਏ ਸਾਲ ਦੇ ਸੀਏ ਨੂੰ ਵੀ ਦੇਣ ਦੀ ਲੋੜ ਨਹੀਂ, ਮੈਨੇਜਮੈਂਟ ਤੇ ਵੀ ਲਾਉਣ ਦੀ ਲੋੜ ਨਹੀਂ। ਇੰਨੇ ਵਧੀਆ ਤੇ ਅੱਛੇ ਸਿੱਖ ਬੈਠੇ ਆ ਜਿਹੜੇ ਤੁਹਾਡੇ ਸੇਵਾ ਕਰਨੋਂ ਵੱਡੇ ਵੱਡੇ ਜਰਨੈਲ, ਵੱਡੇ ਵੱਡੇ IAS ਅਫਸਰ, IPS ਅਫਸਰ, ਜਿਨ੍ਹਾਂ ਨੇ ਅੰਤਰਰਾਸ਼ਟਰੀ ਲੈਵਲ ਤੇ ਕੰਮ ਕੀਤਾ। ਇਸ ਤਰ੍ਹਾਂ ਦੇ ਲੋਕ ਇੰਡੀਅਨ ਫੋਰਨ ਸਰਵਿਸ ਦੇ ਉਹ ਆ ਕੇ ਕੌਮ ਦੀ ਸੇਵਾ ਲਈ ਜ਼ਰੂਰ ਹੱਥ ਪਾਉਣਗੇ, ਮਦਦ ਕਰਨ ਨੂੰ ਤਿਆਰ ਹੋਣਗੇ। ਲੇਕਿਨ ਜਦੋਂ ਅਸੀਂ ਕੇਵਲ ਰਾਜਨੀਤੀ ਦੇ ਵਿੱਚ ਇਹਨੂੰ ਸਰਕਾਰੀ ਕਰਮਚਾਰੀਆਂ ਵਾਂਗੂ SGPC ਦੇ ਕਰਮਚਾਰੀਆਂ ਦੇ ਰਾਹੀਂ ਇਹ ਪ੍ਰਬੰਧ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਜਿਹੜਾ ਬੰਦਾ ਪੈਸੇ ਲਈ ਕੰਮ ਕਰਦਾ ਹੈ
ਉਹ ਜਿਹੜਾ ਰਾਜਨੀਤੀ ਲਈ ਕੰਮ ਕਰਦਾ ਉਹਦੇ ਮਨ 'ਚ ਨਾ ਤਾਂ ਸ਼ਰਧਾ ਹੁੰਦੀ ਹੈ। ਗੁਰਬਾਣੀ ਦਾ ਇੱਕੋ ਸਿਧਾਂਤ ਹੈ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਜਿੱਥੇ ਮੈਂ ਹਰ ਜਗ੍ਹਾ ਕਰਦਾ ਹੁੰਦਾ, ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਜਦੋਂ ਇਹਨਾਂ ਦਾ ਆਚਾਰ ਨਹੀਂ ਹੈਗਾ, ਜੀਵਨ ਨਹੀਂ ਹੈਗਾ ਉਸ ਤਰ੍ਹਾਂ ਦਾ, ਤੇ ਫਿਰ ਜਿਹੜੀ ਹੈ ਸਾਨੂੰ ਇਹਨੂੰ ਅੱਗੇ ਵਧਣਾ ਬਹੁਤ ਮੁਸ਼ਕਲ ਹੈ। ਜਿੰਨੇ ਵੀ SGPC ਦੇ ਮੁਲਾਜ਼ਮ ਹੈ ਉਹਨਾਂ ਦੇ ਵਿੱਚੋਂ ਖੁਸ਼ਬੂ ਆਣੀ ਚਾਹੀਦੀ ਹੈ ਕਿ ਉਹ ਵਾਕਈ ਸਿੱਖ ਧਰਮ ਦਾ ਆਚਾਰ ਜਿਹੜਾ ਹੈ ਨਾ, ਜੋ ਅਸਲੀ ਚੀਜ਼ ਹੈ ਉਹਨਾਂ 'ਚ ਪ੍ਰਗਟ ਹੋਵੇ ਤੇ ਲੋਕ ਨਾਲ ਜੁੜਨਗੇ। ਤੇ ਜਦੋਂ ਅਸੀਂ ਉਹਨਾਂ ਦੇ ਵਿੱਚੋਂ ਉਹ ਚੀਜ਼ ਪ੍ਰਗਟ ਨਹੀਂ ਹੁੰਦੀ, ਕੁਛ ਹੋਰ ਨਜ਼ਰ ਆਉਂਦਾ ਹੈ, ਸਰਕਾਰੀ ਕਰਮਚਾਰੀਆਂ ਵਾਲਾ ਕੰਮ, ਤੇ ਫਿਰ ਲੋਕੀ ਆਪੇ ਪਿੱਛੇ ਹਟਦੇ ਆ। ਇਹਦੇ ਬਾਰੇ ਬੜੀ ਖਾਸ ਜਿਹੜੀ ਹੈ ਪੜਚੋਲ ਦੀ ਲੋੜ ਹੈ, ਖਾਸ ਇਹਦੇ ਬਾਰੇ ਵਿਚਾਰਾਂ ਦੀ ਲੋੜ ਹੈ, ਤੇ ਕਿਵੇਂ ਕੌਮ ਇਕੱਠੀ ਹੋਵੇ, ਕਿਵੇਂ ਅੱਛੇ ਲੋਕ ਨਾਲ ਜੁੜਨ, ਇਹਦੇ ਵਾਸਤੇ ਉਦਮ ਜਿਹੜਾ ਨਾ ਇਹ ਹੋਣਾ ਚਾਹੀਦਾ। ਤਾਂ ਹੀ ਅਸੀਂ IAS ਅਫਸਰ ਪੈਦਾ ਕਰ ਸਕਦੇ ਹਾਂ, ਤਾਂ ਹੀ ਅਸੀਂ ਜਿਹੜੇ ਹੈ ਆਰਮੀ ਦੇ ਜਰਨੈਲ ਬਣਾ ਸਕਦੇ ਹਾਂ, ਜਿਹੜੇ ਹੁਣ ਹੌਲੀ ਹੌਲੀ ਜਿਹੜੇ ਆ ਪਿੱਛੇ ਹਟਦੇ ਜਾ ਰਹੇ। ਜੇ ਕੋਈ ਹੈ ਵੀ ਹੈ ਤੇ ਉਹਨੇ ਚੰਗੀ ਤਰ੍ਹਾਂ ਉਹ ਪਤਿਤ ਹੁੰਦਾ ਹੈ, ਤੇ ਜਿਹੜਾ ਨਾ ਪੂਰਨ ਗੁਰਸਿੱਖ ਜਿਹੜਾ ਆ ਉਹ ਨਜ਼ਰ ਨਹੀਂ ਆਉਂਦਾ। ਹੁਣ ਤਾਂ ਫਿਲਮਾਂ ਵਾਲਿਆਂ ਨੇ ਵੀ ਜਿਹੜਾ ਸਿੱਖੀ ਦਾ ਰੋਲ ਸੀ ਨਾ, ਕਿਸੇ ਵੇਲੇ ਧਰਮਿੰਦਰ ਹੋਰਾਂ ਤੋਂ ਵੀ ਦਾੜੀ ਬਣਾ ਕੇ ਤੇ ਦੂਜੀ ਸੋਮਦੱਤ ਹੋਰਾਂ ਕੋਲ ਵੀ ਪੂਰਨ ਮਰਿਆਦਾ ਵਾਲੀ ਸਿੰਘ ਪੇਸ਼ ਕਰਦੇ ਸੀ। ਹੁਣ ਸਾਰਿਆਂ ਦੇ ਸਿਰ ਮੁੰਨੇ ਹੁੰਦੇ ਆ, ਤੇ ਜਿਹੜੀ ਦਸਤਾਰ ਸਿਰ ਤੇ ਸਜਾਉਂਦੇ ਆ ਉਹ ਇੱਕ ਡਰਾਮਾ ਜੀ ਲੱਗਦੀ ਹੈ। ਇਹਦੇ ਲਈ ਕੌਮ ਨੂੰ ਵਿਚਾਰਨ ਦੀ ਲੋੜ ਹੈ ਵੀ ਕਿਵੇਂ ਅਸੀਂ ਆਪਣੇ ਪੰਥ ਨੂੰ, ਕਿਵੇਂ ਸਮਾਜ ਨੂੰ, ਕਿਵੇਂ ਇਹ ਗੁਰਦੁਆਰਾ ਸੇਵਾ ਨੂੰ ਵਧੀਆ ਬਣਾ ਸਕਦੇ ਹਾਂ। ਹਰ ਪਿੰਡ 'ਚ ਲਾਇਬ੍ਰੇਰੀ ਬਣੇ, ਹਰ ਪਿੰਡ ਦੇ ਵਿੱਚ ਇਹ ਕਰਮਕਾਂਡ ਬੰਦ ਹੋਣ। ਜਿਹੜੀ ਪੈਸੇ ਲੈ ਕੇ ਪਾਠ ਕਰਨਾ ਵੀ ਇਹ ਗੁਰਮਤ ਦੇ ਵਿਰੋਧ 'ਚ ਹੈ। ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਰਨਾ ਪਏਗਾ। ਜਿਹੜਾ ਲੋੜਵੰਦ ਗਰੀਬ ਉਹ ਪਾਠ ਹੋਵੇ, ਲੋਕ ਇਕੱਠੇ ਹੋਣ। ਇਹਦੇ ਲਈ ਜਿਹੜੀ ਹੈ ਜਦੋਂ ਅਸੀਂ ਤੁਰਾਂਗੇ, ਤੇ ਮੈਂ ਸਮਝਣਾ ਸਾਡੇ ਜਿਹੜੇ ਬਜ਼ੁਰਗਾਂ ਦੀਆਂ ਦਿੱਤੀਆਂ ਕੁਰਬਾਨੀਆਂ, ਜਿਹੜੀਆਂ ਦਿੱਤੀਆਂ ਉਹਨਾਂ ਦੀਆਂ ਸ਼ਹਾਦਤਾਂ ਆ, ਉਹ ਅਸੀਂ ਸਾਰਥਕ ਕਰ ਸਕਾਂਗੇ ਤੇ ਅਸੀਂ ਵੀ ਚੰਗੇ ਇਨਸਾਨ ਬਣ ਸਕਾਂਗੇ। ਮੇਰੀ ਤਾਂ ਇਹ ਬੇਨਤੀ ਹੈ। ਬਹੁਤ ਲੇਕਿਨ ਮੈਂ ਤੁਹਾਡੇ ਤੋਂ ਪੁੱਛਾਂ ਵੀ ਹੱਲ ਹਰਸਿਮਰਤ ਸਿੰਘ ਜੀ, ਮੈਂ ਇੱਕ ਗੱਲ ਉਹਨਾਂ ਨਾਲ ਜੋੜਨੀ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਦੇ ਜੋ ਰਾਜਸੀ ਸ਼ਹਿ ਵਾਲੇ ਆਗੂ ਨੇ ਉਹ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਸ਼੍ਰੋਮਣੀ ਕਮੇਟੀ 'ਚ ਵਧੀਆ ਬੰਦੇ ਨਹੀਂ ਆਉਂਦੇ, ਵਧੀਆ ਇਨਸਾਨ ਨਹੀਂ ਆਉਂਦੇ, ਜਿਨ੍ਹਾਂ ਕੋਲੋਂ ਦੂਰੋਂ ਹੀ ਖੁਸ਼ਬੂ ਆਵੇ, ਉਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਕੁਛ ਨਹੀਂ ਬਣਨਾ। ਅਸੀਂ ਦੇਖਿਆ ਇੱਥੇ ਵੀ ਸ਼੍ਰੋਮਣੀ ਕਮੇਟੀ ਬਲਕਿ ਉਹਨਾਂ ਨੂੰ ਬਚਾਉਂਦੀ ਹੈ। ਪਿੱਛੇ ਜੇ ਕਰੋਨਾ ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਦੇਖਿਆ ਵੀ ਸਬਜ਼ੀਆਂ ਵੇਚਣ ਦਾ ਇੱਕ ਬਹੁਤ ਵੱਡਾ ਕਾਂਡ ਹੋ ਗਿਆ ਵੀ ਸਬਜ਼ੀਆਂ ਕਿਉਂ ਵੇਚ ਕੇ ਜਾਲੀ ਬਿੱਲ ਬਣਾਉਂਦੇ ਰਹੇ। ਉਸ ਤੋਂ ਪਹਿਲਾਂ ਨਸ਼ੇ ਵੇਚਣ ਦੇ ਲਈ ਅਸੀਂ ਇੱਕ ਸਕੂਲ ਦੀ ਪ੍ਰਿੰਸੀਪਲ ਨੂੰ ਦੇਖਿਆ, ਉਹ ਨਸ਼ਾ ਵੇਚਦੀ ਅਫੀਮ ਦੀ ਤਸਕਰੀ 'ਚ ਗ੍ਰਿਫਤਾਰ ਹੋਈ, ਉਸਨੂੰ ਸਜ਼ਾ ਹੋਈ, ਇਸ ਦੇ ਬਾਵਜੂਦ ਉਹ ਸ਼੍ਰੋਮਣੀ ਕਮੇਟੀ ਨੇ ਨੌਕਰੀ ਤੇ ਰੱਖੀ ਹੋਈ ਹੈ। ਇਹੋ ਜਿਹੀਆਂ ਕੁਰੀਤੀਆਂ ਕਦੋਂ ਹਟਣਗੀਆਂ? ਦੇਖੋ ਜੀ, ਗੱਲਾਂ ਤਾਂ ਬੜੀਆਂ ਸਪਸ਼ਟ ਨੇ ਵੀ ਇਹ ਕੁਰੀਤੀਆਂ ਜਿਹੜੀਆਂ ਨੇ ਇਹਨਾਂ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ, ਬੜੇ ਸਖਤ ਇਹਦੇ ਤੇ ਐਕਸ਼ਨ ਲਿਆ ਜਾਣੇ ਚਾਹੀਦੇ ਨੇ ਜੀ। ਪਰ ਮੈਂ ਮਹਿਸੂਸ ਕਰਦਾ ਜੀ ਇਸ ਵੇਲੇ ਸਮੁੱਚਾ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਮੁੱਚਾ ਪਰਸਪੈਕਟਿਵ ਹੈ ਜੀ, ਬਦਲਣ ਦੀ ਲੋੜ ਆ ਗਈ ਜੀ। ਜਿਸ ਵਾਸਤੇ ਮੈਂ ਕਹਿੰਦਾ ਵੱਡੀ ਸ਼ੁਰੂਆਤ ਜਿਹੜੀ ਹੈ ਨਾ ਜੀ, ਉਹ 2021 ਚ ਜੋ ਸੰਭਾਵੀ ਤੌਰ ਤੇ ਚੋਣਾਂ ਆ ਰਹੀਆਂ ਨੇ ਇਸ ਦੀਆਂ, ਬਿਲਕੁਲ, ਕਿਉਂਕਿ ਕੇਂਦਰੀ ਸਰਕਾਰ ਨੇ ਔਰ ਭਾਰਤ ਸਾਰੋਂ ਸਾਹਿਬ ਨੂੰ ਗੁਰਦੁਆਰਾ ਕਮਿਸ਼ਨ ਦਾ ਨਿਯੁਕਤ ਕਰ ਦਿੱਤਾ। ਬਿਲਕੁਲ, ਉਹਨਾਂ ਦਾ ਕੰਮ ਹੁੰਦਾ ਹੈ ਕਿ ਇਲੈਕਸ਼ਨਾਂ ਕਰਾਉਣ ਜੀ, ਵੋਟਾਂ ਬਣਾਉਣ, ਤਾਂ ਕਿ ਇਸ ਬਾਰੇ ਇੱਕ ਚੰਗੀ ਕਮੇਟੀ ਜਿਹੜੀ ਹੈ ਸਮੇਂ ਸਿਰ ਉਡੀਕੀ ਜਾਵੇ ਜੀ। ਇੱਕ ਤਾਂ ਇਹਦੇ ਜਿਹੜੀ ਰਾਜਨੀਤੀਕਰਨ ਹੋ ਗਿਆ ਨਾ ਜੀ, ਉਹ ਇਹ ਇਤਨਾ ਭੈੜਾ ਰਿਜ਼ਲਟ ਦੇ ਰਿਹਾ ਹੈ ਕਿ ਕਿੰਨਾ ਚਿਰ ਗੈਪ ਪੈ ਰਿਹਾ ਜੀ। ਜਿਹੜੀ ਪਿਛਲੀ ਕਮੇਟੀ ਹੈ ਉਹ 78 ਚ ਹੋ ਕੇ 97 ਚ ਆ ਕੇ ਕਿਤੇ ਚੋਣਾਂ ਹੋਈਆਂ ਸੀ ਜੀ। ਅੱਜ ਵੀ ਦੇਖੋ 2011 ਦੇ ਵਿੱਚ ਅੱਜ 2021 ਆ ਗਿਆ ਤੇ ਚੋਣਾਂ ਨਹੀਂ ਹੋਈਆਂ। ਸੋ ਮੈਂ ਮਹਿਸੂਸ ਕਰਦਾ ਕਿ ਸਾਰੇ ਜਿਹੜੇ ਸਾਡੇ ਪੰਥ ਦੇ ਜਾਂ ਨਵੇਂ ਪ੍ਰੈਜ਼ੀਡੈਂਟ ਆਗੂ ਨੇ ਜਿਹੜੇ ਚੋਣਾਂ ਲੜਨਾ ਚਾਹੁੰਦੇ ਨੇ, ਇੱਕ ਤਾਂ ਮੈਂ ਸਮਝਦਾ ਕਿ ਜਦੋਂ ਵੀ ਇਹ ਪ੍ਰੋਸੈਸ ਸ਼ੁਰੂ ਹੋਵੇ ਜੀ, ਤਾਂ ਇਹਨਾਂ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ, ਕਿਉਂਕਿ ਅਗਰ ਅਸੀਂ ਸਾਰੀ ਇੱਕ ਚੀਜ਼ ਖੋਲਾਂਗੇ ਨਾ ਜੀ, ਦੈਟ ਵਿਲ ਟੇਕ ਟਾਈਮ। ਬਿਲਕੁਲ, ਇੱਕ ਵੱਡਾ ਪੰਡੋਰਾ ਬਾਕਸ ਖੁੱਲ ਜਾਏਗਾ। ਬਿਲਕੁਲ, ਲੇਕਿਨ ਇਸ ਵੇਲੇ ਜਦੋਂ ਕਿ ਨਵਾਂ ਕਮਿਸ਼ਨ ਬਣਾਤਾ ਗਿਆ ਹੈ ਔਰ ਚੋਣਾਂ ਹੋਣ ਦਾ ਆਸਾਰ ਬਣਦੇ ਜਾ ਰਹੇ ਨੇ, ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੀਆਂ ਚੋਣਾਂ ਗੈਰ ਰਾਜਨੀਤਿਕ ਪੱਧਰ ਤੇ ਹੋਣੀ ਚਾਹੀਦੀਆਂ ਜੀ। ਕੁਝ ਐਸੀਆਂ ਸੰਸਥਾਵਾਂ ਧਾਰਮਿਕ ਔਰ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਉਹ ਅੱਗੇ ਆਉਣ ਜੀ। ਔਰ ਇਹਦੇ 'ਚ ਦੇਖੋ ਬਾਦਲ ਸਾਹਿਬ ਦਾ ਪੀੜ ਖਤਮ ਹੋ ਗਿਆ, ਵੱਡੇ ਬਾਦਲ ਸਾਹਿਬ ਦਾ ਜੀ, 50 ਸਾਲ ਉਹਨਾਂ ਨੇ ਆਪਣਾ ਪ੍ਰਭਾਵ ਦਿੱਤਾ ਹੈ। ਉਸ ਤੋਂ ਬਾਅਦ ਜਿਹੜੀ ਸਥਿਤੀ ਬਣੀ ਹੈ ਉਸ ਨੂੰ ਬਚਾ ਲੈਣਾ ਚਾਹੀਦਾ ਜੀ, ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਜੋ ਗੈਰ ਰਾਜਨੀਤਿਕ ਪੱਧਰ ਤੇ ਚੋਣਾਂ ਹੋਣ, ਇਹ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਗਰ ਉਹ ਬਹੁਤ ਰਾਜਨੀਤਿਕ ਦਖਲ ਦੇਣਗੇ ਤਾਂ ਦੈਟ ਵਿਲ ਗੋ ਅਗੇਂਸਟ them now ਜੀ।
ਹੁਣ ਉਹਨਾਂ ਦੇ ਅਗੇਂਸਟ ਜਾਏਗਾ ਇਹ। ਬਿਲਕੁਲ ਸੋ ਇਸ ਕਰਕੇ ਅਗਰ ਗੈਰ ਰਾਜਨੀਤਿਕ ਪੱਧਰ ਤੇ ਹੋਣ ਔਰ ਜੋ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਬਾਰੇ ਅਸੀਂ ਸਾਰਾ ਡਿਸਕਸ ਕਰ ਰਹੇ ਹਾਂ, ਕਾਸਟ ਸਿਸਟਮ ਹੈ, ਕਰਮਕਾਂਡ ਹੈ ਜਾਂ ਹੋਰ ਜੋ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਨੇ, ਮੈਂ ਜਾ ਕੇ ਵੇਖਿਆ ਕਿ ਅਧਿਕਾਰੀ ਜਿਹੜੇ ਨੇ ਉਹ ਮੈਂਬਰਾਂ ਤੇ ਸਗੋਂ ਹਾਵੀ ਹੋਏ ਹੋਣੇ, ਧਰਮ ਪ੍ਰਚਾਰਕਾਂ ਤੇ ਔਰ ਮਤਲਬ ਇੱਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਪ੍ਰਚਾਰਕ ਨੇ ਉਹਨਾਂ ਤੇ ਹਾਵੀ ਹੁੰਦੇ ਨੇ। ਆਪਾਂ ਲੋਕਾਂ ਨੂੰ ਵੀ ਦੇਖਦੇ ਆ। ਸੋ ਮੈਂ ਕਿਹਾ ਇੱਕ ਤਾਂ ਇਹ ਵਹਾਰ ਬਦਲਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਇੱਕ ਐਸਜੀਪੀਸੀ ਜਿਹੜੀ ਇੱਕ ਜਿਸ ਮਕਸਦ ਨੇ ਬਣਾਈ ਹੈ, ਜੋ ਅੱਜ ਦੀਆਂ ਚੁਣੌਤੀਆਂ ਨੇ 2020 ਦੇ ਵਿੱਚ, ਉਸ ਨੂੰ ਮੁੱਖ ਰੱਖਦਿਆਂ ਹੋਇਆ ਆਉਣ ਵਾਲੇ 2025 ਜਿਨ੍ਹਾਂ ਨੇ ਜ਼ਰੂਰ ਬਣਾਉਣਗੇ 5 ਸਾਲ ਦਾ ਟਾਰਗੇਟ, ਜਿਵੇਂ ਹਰਦੀਪ ਸਿੰਘ ਨੇ ਕਿਹਾ 2025 ਦਾ ਟਾਰਗੇਟ ਰੱਖ ਲੈਣ। ਤੁਹਾਡੀ ਬੁੱਕ ਵੀ ਸੀ ਵਿਜ਼ਨ 2025 ਲੱਗਦਾ ਉਸ ਹਿਸਾਬ ਨਾਲ, ਕਿਉਂਕਿ ਹਾਲਾਤ ਜਿਹੜੇ ਉਸ ਪਾਸੇ ਵੱਧ ਵੀ ਰਹੇ ਨੇ। ਰਾਜਨੀਤਿਕ ਤੌਰ ਤੇ ਕਿਸਾਨ ਅੰਦੋਲਨ ਚੱਲ ਰਿਹਾ, ਉਹਨਾਂ ਬੜੇ ਨਵੀਆਂ ਸਮੀਕਰਨ ਬਣ ਰਹੇ ਨੇ, ਨਵੀਆਂ ਸੰਜੀਵਨੀਆਂ ਬਣੀਆਂ ਨੇ। ਸੋ ਮੈਂ ਸਮਝਦਾ ਕਿ 2025 ਦਾ ਇੱਕ ਟਾਰਗੇਟ ਰੱਖ ਲਈਏ ਔਰ ਫਿਰ ਉਸ ਤੋਂ ਬਾਅਦ ਨਵਾਂ ਸਫ਼ਰ ਸ਼ੁਰੂ ਕਰ ਦਈਏ। 2025 ਤੱਕ ਕੀ ਸੁਧਾਰ ਲਿਆਣੇ ਨੇ, ਗੈਰ ਰਾਜਨੀਤਿਕ ਪ੍ਰਫੰਡ ਇਸ ਨੂੰ ਕਿਸ ਤਰ੍ਹਾਂ ਬਣਾਉਣਾ ਹੈ, ਔਰ ਸਗੋਂ ਇਹ ਤਾਂ ਸਾਰਿਆਂ ਨੂੰ ਇੰਸਪਾਇਰ ਕਰੇ, ਐਜੀਪੀਸੀ ਦਿਸ਼ਾ ਦੇਵੇ। ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਜਿਹੜੀ ਹੈ ਉਹ ਵੀ ਜਿਹੜੀ ਇੱਕ ਨਵੇਂ ਢੰਗ ਨਾਲ ਆਉਣੀ ਚਾਹੀਦੀ ਹੈ, ਤਾਂ ਕਿ ਸਾਰਾ ਪੰਥ ਜਿਹੜਾ ਉਸਦੀ ਉਹਨਾਂ ਦੀ ਜਿਹੜੀ ਹੈ ਨਿਯੁਕਤੀ ਹਾਲੇ ਤੱਕ ਤਾਂ ਇਹੀ ਪੈਰਾਮੀਟਰ ਨਹੀਂ ਹੈ ਕਿ ਇਹਨੂੰ ਐਜੀਪੀਸੀ ਬਣਾਉਣੀ ਹੈ। ਇਹ ਮਤਲਬ ਬਾਈ ਪ੍ਰੋਕਸੀ ਐਜੀਪੀਸੀ ਨੂੰ ਉਧਾਰ ਆ ਗਿਆ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੈਡ ਗ੍ਰੰਥੀ ਕਿਹਾ ਗਿਆ ਦੇ ਵਿੱਚ, ਉਹ ਹੈਡ ਗ੍ਰੰਥੀ ਦੇ ਨਾਤੇ ਉਹ ਉਹਨਾਂ ਦੀ ਚੋਣ ਕਰ ਦਿੰਦੇ ਨੇ ਜੀ। ਸੋ ਮੈਂ ਸਮਝਦਾ ਕਿ ਸਾਰਾ ਕੁਝ ਬਦਲਣਾ ਹੈ। ਇਹਦਾ ਮੂਲ ਜਿਹਨੂੰ ਆਪਾਂ ਕਹਿੰਦੇ ਆ ਸਰਵ ਲੋਕ ਔਖਾ ਨਾਲ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹਦਾ ਗੈਰ ਰਾਜਨੀਤਿਕਰਨ ਹੋਏ ਚੋਣਾਂ, ਔਰ ਉਸ ਤੋਂ ਬਾਅਦ ਇੱਕ ਨਵੀਂ ਸੁਧਾਰਵਾਦੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਸਾਹਮਣੇ ਆਵੇ ਤੇ ਨਵੇਂ ਕੰਮ। ਬਿਲਕੁਲ ਕਰਨ ਨੂੰ ਬਹੁਤ ਕੁਝ ਹੈ, ਕਿਉਂਕਿ ਇਹ ਜਿਹੜਾ ਸੁਧਾਰ ਤੇ ਇਹਨਾਂ ਨੇ ਕਿਹਾ ਚੁਣੌਤੀਆਂ ਵੀ ਬਹੁਤ ਨੇ, ਲੇਕਿਨ ਸਭ ਤੋਂ ਵੱਡੀ ਚੁਣੌਤੀ ਤਾਂ ਹਲੇ ਇਹੀ ਹੈ ਸਿੱਖ ਪੰਥ ਦੇ ਅੱਗੇ ਕਿ ਗੈਰ ਰਾਜਨੀਤਿਕ ਜਿਹੜੀਆਂ ਚੋਣਾਂ ਹੋਣ, ਤਾਂ ਕਿ ਇੱਕ ਧਾਰਮਿਕ ਨਰੋਲ ਧਾਰਮਿਕ ਜਿਹੜੇ ਆ ਉਹ ਬੰਦੇ ਅੱਗੇ ਆ ਕੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਬਣ ਸਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਨਾ ਕਿ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦੇ ਨਾਂ ਨਾਲ ਕਹਾਈ ਜਾਵੇ। ਸੋ ਅੱਜ ਇੰਨਾ ਹੀ। ਹਰਸਿਮਰਤ ਸਿੰਘ ਜੀ ਤੇ ਹਰਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ ਇਕਬਾਲ ਸਿੰਘ ਲਾਲਪੁਰਾ ਜੀ, ਤੁਸੀਂ ਸਪੈਸ਼ਲ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਹੋ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਨੂੰ ਲੈਣੇ ਆ ਗਿਆ, ਲੇਕਿਨ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਸਾਡਾ SGTV ਪ੍ਰਾਈਮ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਤੁਸੀਂ ਸਾਡੇ ਨਾਲ ਹਰੇਕ ਪ੍ਰੋਗਰਾਮ ਦੇ ਵਿੱਚ ਜੁੜ ਸਕੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।